ਅੜਚਨ ਬਣ ਜਾਂਦੀਆਂ ਨੇ ਕਿ ਜਿਹੜਾ ਪਰਮੇਸ਼ਵਰ ਦਾ ਵਚਨ ਆ ਉਹ ਦਿਲ ਦੇ ਵਿੱਚ ਨਾ ਉਤਰ ਸਕੇ। ਸੋ ਜਿਹੜਾ ਦਿਲ ਦੀ ਜ਼ਮੀਨ ਆ ਉਹਨੂੰ ਪੂਰਾ ਪੱਧਰਾ ਕਰਦੇ ਆ, ਤਿਆਰ ਕਰਦੇ ਆ, ਤਾਂ ਕਰਕੇ ਜਿਹੜਾ ਬੀਜ ਆ ਉਹ ਪੂਰੀ ਚੰਗੀ ਤਰ੍ਹਾਂ ਦੇ ਨਾਲ ਦਿਲ ਦੇ ਵਿੱਚ ਬੋਇਆ ਜਾ ਸਕੇ, ਤਾਂ ਕਰਕੇ ਵਧੇ ਫੁੱਲੇ। ਮਦਦ ਕਰ ਪਿਤਾ ਪਰਮੇਸ਼ਵਰ। ਸਾਡੀ ਸਾਰੀ ਮਹਿਮਾ, ਸਾਰੀ ਗਲੋਰੀ ਅੱਜ ਤੁਹਾਨੂੰ ਹੀ ਦਿੰਦੇ ਆ ਪਿਤਾ ਪਰਮੇਸ਼ਵਰ। ਅੱਜ ਅਸੀਂ ਤਿਆਰ ਹਾਂ ਪਿਤਾ ਪਰਮੇਸ਼ਵਰ ਤੇਰਾ ਵਚਨ ਰਿਸੀਵ ਕਰਨ ਦੇ ਲਈ। ਸਿਸਟਰ ਜੀ ਦੇ ਲਈ ਵੀ ਦੁਆ ਕਰਦੇ ਹਾਂ ਕਿ ਅੱਜ ਇਹ ਨਾ ਹੋਣ, ਬਲਕਿ ਪਰਮੇਸ਼ਵਰ ਤੂੰ ਹੋਵੇਂ ਇਹਨਾਂ ਦੇ ਰਾਹੀਂ ਬੋਲਦਾ ਸਾਨੂੰ ਪਿਤਾ ਪਰਮੇਸ਼ਵਰ। ਅੱਜ ਅਸੀਂ ਤੇਰੀ ਆਵਾਜ਼ ਨੂੰ ਸੁਣਨਾ ਚਾਹੁੰਦੇ ਹਾਂ ਪਿਤਾ ਪਰਮੇਸ਼ਵਰ। ਅੱਜ ਅਸੀਂ ਤੈਨੂੰ ਦੇਖਣਾ ਚਾਹੁੰਦੇ ਹਾਂ ਪਿਤਾ ਪਰਮੇਸ਼ਵਰ। ਸਾਰੀ ਮਹਿਮਾ, ਸਾਰੀ ਗਲੋਰੀ ਅੱਜ ਅਸੀਂ ਤੈਨੂੰ ਹੀ ਦਿੰਦੇ ਹਾਂ, ਯਿਸੂ ਮਸੀਹ ਜੀ ਦੇ ਨਾਮ ਦੇ ਵਿੱਚ ਮੰਗਦੇ ਹਾਂ। ਆਮੀਨ, ਆਮੀਨ, ਹਾਲੇਲੂਇਆ, ਆਮੀਨ, ਆਮੀਨ। ਤੁਸੀਂ ਬੈਠ ਸਕਦੇ ਹੋ। ਆਮੀਨ, ਹਾਲੇਲੂਇਆ, ਹਾਲੇਲੂਇਆ। ਥੈਂਕ ਯੂ ਜੀਸਸ। ਹਾਲੇਲੂਇਆ, ਹਾਲੇਲੂਇਆ। ਸਭ ਤੋਂ ਪਹਿਲਾਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ ਜਿਹਨੇ ਇਸ ਯੋਗ ਬਣਾਇਆ ਕਿ ਅਸੀਂ ਉਹਦੀ ਹਜ਼ੂਰੀ 'ਚ ਖੜੇ ਹੋ ਕੇ ਤੇ ਉਹਦਾ ਵਚਨ ਸਿੱਖ ਸਕਦੇ ਤੇ ਸਿਖਾ ਸਕਦੇ ਹਾਂ। ਪ੍ਰਭੂ ਦਾ ਧੰਨਵਾਦ ਕਰਦੇ ਹਾਂ। First of all, we just want to give thanks to the Lord for that He has made us worthy enough to teach the word and to learn the word of God. ਹਾਲੇਲੂਇਆ। ਧੰਨਵਾਦ ਕਰਦੇ ਪਰਮੇਸ਼ਰ ਦੇ ਸੇਵਕਾਂ ਦੀ ਜ਼ਿੰਦਗੀ ਦਾ, ਜਿਨ੍ਹਾਂ ਨੇ ਸਾਨੂੰ ਸਿੱਖਿਆ ਦਿੱਤੀ, ਆਗਿਆਵਾਂ ਦੇ ਵਿੱਚ ਰਹਿ ਕੇ ਇਸ ਯੋਗ ਬਣੇ ਕਿ ਪਰਮੇਸ਼ਰ ਦੀ ਮਹਿਮਾ ਕਰ ਸਕਦੇ ਹਾਂ। First of all, we want to also give thanks to the Lord for Pastor G, that he has helped us to be able to teach the word of God. So he has taught us so we can do this. ਧੰਨਵਾਦ ਕਰਦੇ ਸਿਸਟਰ ਸੁਸੀ ਦਾ, ਜਿਹੜੇ ਹਰ ਵੇਲੇ ਟ੍ਰਾਂਸਲੇਸ਼ਨ ਲਈ ਤਿਆਰ ਰਹਿੰਦੇ ਆ। ਪਰਮੇਸ਼ਰ ਇਹਨਾਂ ਨੂੰ ਹੋਰ ਇਸਤੇਮਾਲ ਕਰੇ। ਹਾਲੇਲੂਇਆ, ਹਾਲੇਲੂਇਆ। ਧੰਨਵਾਦ ਦੇ ਨਾਲ ਹੀ ਤਿਆਰ ਹੁੰਦੇ ਆ। ਪਰਮੇਸ਼ਰ ਦਾ ਵਚਨ ਆਪਾਂ ਅੱਜ ਜੋ ਦੇਖਣ ਜਾ ਰਹੇ ਹਾਂ, The word that we're going to see today, ਮੇਰੇ ਖਿਆਲ 'ਚ ਬਹੁਤਿਆਂ ਦਾ ਫੇਵਰੇਟ ਗੀਤ ਹੋਣਾ। ਮੈਂ ਤਾਂ ਨਵੀਂ ਆਈ ਬਹੁਤ ਇਸ ਗੀਤ ਨੂੰ ਸੁਣਦੀ ਸੀ। and maybe this song is a favorite song for a lot of people. When I came first, when I was believer, and I used to listen to this song a lot. ਹੁਣ ਮੈਨੂੰ ਗਾਉਣਾ ਤਾਂ ਆਉਂਦਾ ਨਹੀਂ ਪਾਸਟਰ ਜੀ ਦੇ ਕਹਿਣਾ ਨੂੰ, ਪਰ ਮੈਂ ਟਰਾਈ ਕਰਦੀ ਹਾਂ। I don't know how to sing, but I'm going to try today. ਕਹਿੰਦਾ ਏ ਮਸੀਹ, ਮੈਂ ਅੰਗੂਰ ਦਾ ਬੂਟਾ, ਤੁਸੀਂ ਉਹ ਮੇਰੀਆਂ ਟਾਹਣੀਆਂ। Let Jesus say that I am the vine and you are my branches. Hallelujah. ਆਪਾਂ ਕਿੰਨੇ ਜਣੇ ਵਿਸ਼ਵਾਸ ਕਰਦੇ ਕਿ ਅਸੀਂ ਉਹਦੀਆਂ ਟਾਹਣੀਆਂ ਆ? ਹਾਲੇਲੂਇਆ, ਸਾਰੇ ਕਰਦੇ ਆ। And we all believe. ਉਹ ਮੇਰੀਆਂ ਟਾਹਣੀਆਂ, ਮੈਂ ਮਸੀਹ, ਮੈਂ ਅੰਗੂਰ ਦਾ ਬੂਟਾ, ਤੁਸੀਂ ਉਹ ਮੇਰੀਆਂ ਜਿਹੜੀ ਟਾਹਣੀ ਬੂਟੇ ਦੇ ਵਿੱਚ ਲੱਗੀ ਰਹਿੰਦੀ ਆ ਉਹ ਚੰਗਾ ਫਲ ਲੈ ਕੇ ਆਉਂਦੀ ਆ। Branch that is with the plant, that is the one brings fruit. ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਕਰਦੇ ਆ। ਮੈਂ ਵਚਨ ਪੜ੍ਹ ਰਹੀ ਸੀ ਭੈਣੋ ਤੇ ਭਰਾਵੋ, ਤੇ ਇੱਕਦਮ ਮੈਂ ਵਚਨ ਪੜ੍ਹਦੀ ਮੇਰੇ ਮਨ ਦੇ ਵਿੱਚ ਆਇਆ ਕਿ ਯੋਹੰਨਾ 15 ਦਾ 1 ਤੋਂ 8 ਤੱਕ ਆਪਾਂ ਅੱਜ ਜਿਹੜਾ ਆ ਦੇਖਾਂਗੇ। ਤੇ ਇਹਦੇ ਵਿੱਚ ਜਦੋਂ ਲਿਖਿਆ, ਮੈਂ ਅੰਗੂਰ ਦੀ ਬੇਲ ਹਾਂ। And this is the word when I was reading today, brothers and sisters, and this is what we're going to see from John 15, 1 to 8. That's what we're going to see. And that's what it says, that it says that I am the vine. ਆਪਾਂ ਪੜ੍ਹਦੇ ਹਾਂ ਪੂਰਾ 1 ਤੋਂ 8 ਤੱਕ, ਪਹਿਲਾਂ ਪੜ੍ਹਦੇ ਫਿਰ ਇਹਦੇ ਵਿੱਚ ਜਾਂਦੇ ਹਾਂ। And first Sister G is going to read it today from John 15, 1 to 8. ਹਾਲੇਲੂਇਆ। ਯੋਹੰਨਾ 15 ਦਾ 1 ਤੋਂ 8 ਤੱਕ। ਮੈਂ ਅੰਗੂਰ ਦੀ ਵੇਲ ਹਾਂ, ਅਸਲੀ ਵੇਲ ਹਾਂ, ਅਤੇ ਮੇਰਾ ਪਿਤਾ ਮਾਲੀ ਹੈ। ਹਰ ਟਾਹਣੀ ਜਿਹੜੀ ਫਲ ਨਹੀਂ ਦਿੰਦੀ ਉਸ ਨੂੰ ਕੱਟ ਦਿੰਦਾ ਹੈ, ਅਤੇ ਜਿਹੜੀ ਫਲ ਦਿੰਦੀ ਹੈ ਉਸ ਨੂੰ ਛਾਂਟਦਾ ਹੈ, ਉਹ ਜ਼ਿਆਦਾ ਫਲ ਦੇਵੇ। ਤੁਸੀਂ ਉਸ ਵਚਨ ਦੇ ਕਾਰਨ ਜਿਹੜਾ ਮੈਂ ਤੁਹਾਨੂੰ ਕਹਿ ਚੁੱਕਾ ਹਾਂ ਪਹਿਲਾਂ ਹੀ ਸ਼ੁੱਧ ਹੋ ਚੁੱਕੇ ਹੋ। ਮੇਰੇ ਵਿੱਚ ਰਹੋ ਜਿਸ ਤਰ੍ਹਾਂ ਮੈਂ ਤੁਹਾਡੇ ਵਿੱਚ ਹਾਂ। ਜਿਸ ਤਰ੍ਹਾਂ ਟਹਿਣੀ ਜੇਕਰ ਬੇਲ ਵਿੱਚ ਨਾ ਰਹੇ ਤਾਂ ਉਹ ਫਲ ਨਹੀਂ ਦਿੰਦੀ, ਉਸ ਤਰ੍ਹਾਂ ਤੁਸੀਂ ਮੇਰੇ ਵਿੱਚ ਨਾ ਰਹੇ ਤਾਂ ਫਲ ਨਹੀਂ ਦੇ ਸਕਦੇ।
ਮੈਂ ਅੰਗੂਰ ਦੀ ਵੇਲ ਹਾਂ ਅਤੇ ਤੁਸੀਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਉਹ ਬਹੁਤਾ ਫਲ ਦਿੰਦਾ ਹੈ। ਮੇਰੇ ਤੋਂ ਵੱਖ ਹੋ ਕੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਜੇਕਰ ਕੋਈ ਮੇਰੇ ਵਿੱਚ ਨਹੀਂ ਰਹਿੰਦਾ ਤਾਂ ਉਹ ਸੁੱਕੀ ਟਹਿਣੀ ਦੀ ਤਰ੍ਹਾਂ ਸੁੱਟ ਦਿੱਤਾ ਜਾਂਦਾ ਹੈ, ਪਰ ਲੋਕੀ ਸੁੱਕੀਆਂ ਟਹਿਣੀਆਂ ਨੂੰ ਇਕੱਠਾ ਕਰਕੇ ਅੱਗ ਵਿੱਚ ਝੋਕ ਦਿੰਦੇ ਹਨ ਅਤੇ ਉਹਨਾਂ ਨੂੰ ਸੁਆਹ ਕਰ ਦਿੰਦੇ ਹਨ। ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੇ ਵਚਨ ਤੁਹਾਡੇ ਵਿੱਚ ਰਹਿਣ ਤਾਂ ਮੇਰੇ ਪਿਤਾ ਦੀ ਵਡਿਆਈ ਇਸੇ ਵਿੱਚ ਹੈ ਕਿ ਤੁਸੀਂ ਬਹੁਤਾ ਫਲ ਦੇਵੋ। ਹਾਲੇਲੂਇਆ। ਅਤੇ ਇਸ ਤਰ੍ਹਾਂ ਤੁਸੀਂ ਮੇਰੇ ਚੇਲੇ ਬਣ ਜਾਵੋਗੇ। ਕਦੋਂ ਬਣ ਜਾਵੋਗੇ? ਜਦੋਂ ਬਹੁਤਾ ਫਲ ਦੇਵਾਂਗੇ। ਹਾਲੇਲੂਇਆ। And when we will become his disciples, when we give much fruit. ਜਿਸ ਤਰ੍ਹਾਂ ਪਿਤਾ ਨੇ ਮੈਨੂੰ ਪਿਆਰ ਕੀਤਾ ਹੈ, ਮੈਂ ਵੀ ਤੁਹਾਨੂੰ ਪਿਆਰ ਕੀਤਾ ਹੈ। ਮੇਰੇ ਵਿੱਚ ਬਣੇ ਰਹੋ। ਜੇਕਰ ਤੁਸੀਂ ਮੇਰੀਆਂ ਆਗਿਆਵਾਂ ਨੂੰ ਮੰਨੋਗੇ ਤਾਂ ਤੁਸੀਂ ਮੇਰੇ ਵਿੱਚ ਬਣੇ ਰਹੋਗੇ, ਜਿਸ ਤਰ੍ਹਾਂ ਮੈਂ ਪਿਤਾ ਦੀਆਂ ਆਗਿਆਵਾਂ ਨੂੰ ਮੰਨਦਾ ਹਾਂ ਅਤੇ ਉਸ ਦੇ ਪਿਆਰ ਵਿੱਚ ਰਹਿੰਦਾ ਹਾਂ। ਹਾਲੇਲੂਇਆ। ਆਪਾਂ ਕਿੰਨੇ ਜਾਣੇ ਅੱਜ ਚਾਹੁੰਦੇ ਹਾਂ ਵੀ ਅਸੀਂ ਪਰਮੇਸ਼ਰ ਦੇ ਵਿੱਚ ਇਸ ਤਰ੍ਹਾਂ ਹੀ ਬਣੇ ਰਹੀਏ ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ। How many of us we want to stay in the Lord just the way it says in the Word of God? ਆਪਾਂ ਸਾਰੇ ਚਾਹੁੰਦੇ ਹਾਂ। We all want to do that. ਹਾਲੇਲੂਇਆ। ਹੁਣ ਆਪਾਂ ਦੇਖਦੇ ਹਾਂ ਇਸ ਚੈਪਟਰ ਦੇ ਬਾਰੇ ਥੋੜੇ ਜਿਹਾ ਦੇਖਦੇ ਕਿ ਇਹਦੇ ਵਿੱਚ ਕੀ ਪਰਮੇਸ਼ਰ ਕਹਿਣਾ ਚਾਹੁੰਦਾ ਸਾਨੂੰ। So today we're going to see what really God wants to say today to us. ਵਚਨ ਸਿੰਪਲ ਆ, ਸਾਰਿਆਂ ਨੂੰ ਲਗਭਗ ਪਤਾ ਆ, ਪਰ ਪਰਮੇਸ਼ਰ ਯਾਦ ਕਰਾਉਣਾ ਚਾਹੁੰਦਾ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। And the word is very simple today, so but everybody knows about it, but God wants to remind us today that what he wants us to do. ਭੈਣੋ ਤੇ ਭਰਾਵੋ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਮੈਂ ਦੁਆ ਕਰ ਰਹੀ ਸੀ, ਜਦੋਂ ਮੈਨੂੰ ਇਹ ਵਚਨ ਟੱਚ ਕੀਤਾ ਤੇ ਮੈਂ ਪ੍ਰਾਰਥਨਾ ਟੰਗਸ ਦੇ ਵਿੱਚ ਕਰ ਰਹੀ ਸੀ ਤੇ ਪਰਮੇਸ਼ਰ ਨੇ ਮੈਨੂੰ ਇੱਕ ਵੇਲ ਦਿਖਾਈ। And when I was praying about it, when this word came to me, when I was praying and I saw a vine. ਉਹ ਵੇਲ ਇਦਾਂ ਦੀ ਸੀ ਜਿੱਦਾਂ ਆਪਣੇ ਹੁੰਦੀ ਨਹੀਂ ਵੱਡਾਂ ਦੀ ਜਾਂ ਕਿਸੇ ਚੀਜ਼ ਦੀ ਵੇਲ, ਅੱਖਾਂ ਮੀਟੀਆਂ ਤੇ ਜਾਗਦੀ ਨੇ ਦੇਖੀ ਆ। ਉਹ ਬੜੀ ਪ੍ਰਫੁੱਲਤ ਵੇਲ ਇਦਾਂ ਕਿਸੇ ਗਾਰਡਨ 'ਚ ਲੱਗੀ ਹੋਈ ਆ। And it was like I was seeing, I was awake but my eyes were closed. I could see like a very full vine like in a garden. ਤੇ ਜਦੋਂ ਮੈਂ ਵੇਲ ਦੇਖਦੀ ਆ ਤੇ ਉਹ ਬੜੀ ਫੈਲੀ ਹੋਈ ਤੇ ਇਹਦੇ ਚੌੜੇ ਚੌੜੇ ਪੱਤੇ ਆ। And I could see like a really big wide leaves on it. ਤੇ ਉਹਦੇ ਤੇ ਟਹਿਣੀਆਂ ਹੈਗੀਆਂ ਆ। And there are branches on it. ਪਰ ਕੋਈ ਫੁੱਲ ਨਹੀਂ ਦਿਸਦਾ ਕਿ ਨਾ ਆਉਣ ਵਾਲਾ ਫੁੱਲ ਨਹੀਂ ਉਹਦੇ ਤੇ ਕੋਈ ਲੱਗਾ। But I did not see any flowers on it. ਤੇ ਪਰ ਨਾ ਕੋਈ ਫਲ ਨਹੀਂ ਦਿਸਦਾ। ਇਦਾਂ ਲੱਗ ਰਿਹਾ ਹੈ ਕਿ ਵਧ ਹੀ ਰਹੀ ਆ, ਫਲ ਨਹੀਂ ਆ ਰਿਹਾ। But I could see that yes, it's growing, but I could not see any fruit or any flowers on it. ਅੱਜ ਪਰਮੇਸ਼ਰ ਰਿਵਾਈਵਲ ਪੰਜਾਬੀ ਚਰਚ ਨੂੰ ਇਹੀ ਕਹਿਣਾ ਚਾਹੁੰਦਾ ਆ ਕਿ ਫਲ ਦੇਵੋ। And this is today God is telling Revival Punjabi Church that we need to produce fruit. ਪਰਮੇਸ਼ਰ ਦਾ ਰਾਜ ਗੱਲਾਂ ਬਾਤਾਂ 'ਚ ਨਹੀਂ। And God's kingdom is not only in talk. ਇਹਨੂੰ ਬਹੁਤ ਸੀਰੀਅਸ ਲੈਣ ਦੀ ਲੋੜ ਆ। And this is something, it's a very serious topic. ਵਚਨਾਂ ਦੇ ਵਿੱਚ ਬਣੇ ਰਹਿਣ ਦੀ ਲੋੜ ਆ। It is very important to stay in the ਵਚਨਾਂ ਤੇ word, ਚੱਲਣ ਦੀ ਲੋੜ ਆ। to walk on the word of God, ਆਪਣੇ ਸਰੀਰ ਤੇ ਕਾਬੂ ਕਰਨ ਦੀ ਲੋੜ ਆ। to have control on your body. ਹਾਲੇਲੂਇਆ। Hallelujah. ਜੋ ਪਰਮੇਸ਼ਰ ਨੂੰ ਪਸੰਦ ਆ ਉਹਨੂੰ ਪ੍ਰਸੰਨ ਕਰਨੇ ਦੀ ਲੋੜ ਆ। It is important to do the things that God likes. ਆਪਾਂ ਸਾਰੇ ਜਣੇ ਚਾਹੁੰਦੇ ਪਰਮੇਸ਼ਰ ਨੂੰ ਪ੍ਰਸੰਨ And we ਕਰਨਾ। all want to do that. ਹਾਲੇਲੂਇਆ। Hallelujah. ਹਾਲੇਲੂਇਆ। ਹੁਣ ਆਪਾਂ ਦੇਖਦੇ ਆ ਕਿ ਬੇਲ ਕੌਣ ਆ। And now we need to know who is the vine, ਅੰਗੂਰ ਕੌਣ ਆ। who are the grapes, ਸ਼ਾਖਾ ਕੌਣ ਆ। who are the ਫਲ branches, ਕੀ ਆ। what is the fruit, ਹਰੇਕ ਦਾ ਫਰਜ਼ ਕੀ ਆ and what is the responsibility of ਤੇ ਉਸ ਵਿੱਚ everybody, ਰਹਿਣ ਦਾ ਅਰਥ ਕੀ ਆ। and what is the meaning of to stay ਅੱਗ in ਕੀ it, ਆ। and what is the fire, ਸ਼ਾਖਾ ਕੀ ਆ ਜੋ ਸੁੱਕ ਗਈ ਆ। and what is the branch that is dried up, ਸਾਡੇ ਲਈ ਕੀ ਚੇਤਾਵਨੀ ਦਿੰਦਾ ਇਹ ਵਚਨ। and what is the meaning is for us in it. ਕੀ ਇਸ ਦਾ ਮਤਲਬ ਕਿ ਉਹ ਸਾਨੂੰ ਕੱਟ ਦੇਵੇਗਾ। And does that mean that he's gonna cut us out of this? ਸਾਨੂੰ ਫਲ ਕਿਉਂ ਦੇਣਾ ਚਾਹੀਦਾ। Why do we have to give fruit? ਕੀ ਸਾਨੂੰ ਥੋੜੇ ਫਲ ਨਾਲ ਸੰਤੁਸ਼ਟ ਨਹੀਂ ਹੋਣਾ ਚਾਹੀਦਾ। Should we not be happy if we give little bit of fruit? ਜੇਕਰ ਕੋਈ ਬਾਗ ਜਾਂ ਖੇਤ ਬਹੁਤਾ ਫਲਦਾਰ ਹੋਵੇ ਤਾਂ ਇਸ ਦਾ ਸਿਹਰਾ ਕਿਹਨੂੰ ਜਾਂਦਾ ਆ। And if a garden has a lot of fruit, who should be praised for it? ਆਪਾਂ ਪ੍ਰੈਕਟੀਕਲ ਤੌਰ ਤੇ ਅਸੀਂ ਇਹ ਕਿਵੇਂ ਯਕੀਨ ਕਰ ਸਕਦੇ ਹਾਂ, ਕਿੱਦਾਂ ਬਣਾ ਸਕਦੇ ਹਾਂ ਕਿ ਅਸੀਂ ਉਸ ਵਿੱਚ ਰਹਿੰਦੇ ਹਾਂ। And how can we practically see, are we actually abiding in it?
ਕੀ ਤੁਸੀਂ ਫਲ ਦੇ ਰਹੇ ਹੋ? Are you actually fruitful? ਕਿਹੜਾ ਫਲ ਦੇ ਰਹੇ ਹੋ? What is your fruit? ਕੀ ਤੁਸੀਂ ਪਰਮੇਸ਼ਰ ਦੇ ਕੱਟਣ ਦਾ ਅਨੁਭਵ ਕੀਤਾ ਕਦੀ ਆਪਣੀ ਲਾਈਫ 'ਚ? And do you ever thought of being cut off? ਤੇ ਕਿਵੇਂ ਕੀਤਾ? And how? ਕੀ ਛਾਂਗਣਾ ਜਾਂ ਛਟਾਈ ਆਰਾਮਦਾਇਕ ਹੈ? And is when you are being pruned, does that feel good? ਅਸੀਂ ਕਿਸ ਤਰ੍ਹਾਂ ਕਰ ਸਕਦੇ ਹਾਂ ਪਰਮੇਸ਼ਰ ਸਾਡੇ ਵਿੱਚੋਂ ਕਿ ਫਲ ਦੀ ਜਿਹੜੀ ਅਸੀਂ ਦੇ ਕੇ ਮਹਿਮਾ ਕਰ ਸਕੀਏ? And how is it if you giving the fruit and you are praising the Lord? ਫਲ ਜਿਹੜਾ ਆ ਉਹ ਬੇਲ ਦਾ ਆ, ਟਾਹਣੀ ਦਾ ਨਹੀਂ। And the fruit is the vine gives the fruit, not the branch. ਵੇਲ ਕੌਣ ਆ? ਪ੍ਰਭੂ ਯਿਸੂ ਮਸੀਹ, ਅਸੀਂ ਟਹਿਣੀਆਂ ਆ। And Lord Jesus is the vine. We are the branches. ਹਾਲੇਲੂਇਆ। ਆਪਾਂ ਇਬਰਾਨੀਆਂ ਦਾ 12 ਦਾ 7 ਤੋਂ 11 ਤੱਕ ਪੜ੍ਹਦੇ ਹਾਂ। We're going to see Hebrews 12, 7 to 11. ਹਾਲੇਲੂਇਆ। ਹਾਂਜੀ, ਵਚਨ ਕਹਿੰਦਾ ਹੈ ਕਿ ਜਿਹੜੀਆਂ ਟਾਹਣੀਆਂ ਫਲ ਨਹੀਂ ਦਿੰਦੀਆਂ ਉਹ ਕੱਟ ਦਿੱਤੀਆਂ ਜਾਣੀਆਂ ਆ। ਹੁਣ ਇੱਥੇ ਆਪਾਂ ਪੜ੍ਹਦੇ ਪੰਜਾਬੀ ਦੇ ਵਿੱਚ, ਇਹ ਸਭ ਅਨੁਸ਼ਾਸਨ ਦੀ ਖਾਤਰ ਸਹਿ ਲਵੋ, ਪਰਮੇਸ਼ਰ ਇਹ ਸਭ ਸਾਨੂੰ ਪੁੱਤਰ ਸਮਝ ਕੇ ਕਰਦਾ ਹੈ ਕਿ ਇਹੋ ਜਿਹਾ ਕਿਹੜਾ ਪੁੱਤਰ ਹੈ ਜਿਸ ਨੂੰ ਉਸ ਦਾ ਪਿਤਾ ਅਨੁਸ਼ਾਸਨ ਹੇਠ ਨਾ ਲਿਆਉਣਾ ਚਾਹੁੰਦਾ ਹੋਵੇ। ਜੇਕਰ ਤੁਸੀਂ ਬਾਕੀ ਪੁੱਤਰਾਂ ਵਾਂਗ ਅਨੁਸ਼ਾਸਨ ਦੇ ਹੇਠ ਨਹੀਂ ਤਾਂ ਸਮਝੋ ਕਿ ਤੁਸੀਂ ਅਸਲੀ ਪੁੱਤਰ ਨਹੀਂ ਹੋ। ਹਾਲੇਲੂਇਆ। ਸਗੋਂ ਨਜਾਇਜ਼ ਸੰਤਾਨ ਹੋ। ਸਾਡੇ ਸਰੀਰਕ ਪਿਤਾ ਸਾਨੂੰ ਅਨੁਸ਼ਾਸਨ ਹੇਠ ਰੱਖਦੇ ਹਨ ਅਤੇ ਅਸੀਂ ਉਹਨਾਂ ਦਾ ਆਦਰ ਕਰਦੇ ਹਾਂ। ਜੇਕਰ ਇਹ ਸੱਚ ਹੈ ਤਾਂ ਫਿਰ ਅਸੀਂ ਆਪਣੇ ਸਵਰਗੀ ਪਿਤਾ ਦੇ ਅਨੁਸ਼ਾਸਨ ਵਿੱਚ ਉਸ ਤੋਂ ਵੱਧ ਨਹੀਂ ਰਹਾਂਗੇ ਅਤੇ ਜੀਵਾਂਗੇ। ਸਾਡੇ ਸਰੀਰਕ ਪਿਤਾ ਤਾਂ ਸਾਨੂੰ ਕੁਝ ਹੀ ਚਿਰ ਦੇ ਲਈ ਆਪਣੀ ਸਮਝ ਜਿਸ ਤਰ੍ਹਾਂ ਉਹ ਠੀਕ ਸਮਝਦੇ ਹਨ ਅਨੁਸ਼ਾਸਨ ਕਰਦੇ ਹਨ, ਪਰ ਸਵਰਗੀ ਪਿਤਾ ਸਾਨੂੰ ਸਾਡੇ ਭਲੇ ਲਈ ਅਨੁਸ਼ਾਸਨ ਰੱਖਦਾ ਹੈ, ਅਨੁਸ਼ਾਸਨ ਹੇਠ ਰੱਖਦਾ ਹੈ। ਅਸੀਂ ਉਸ ਦੀ ਪਵਿੱਤਰਤਾ ਦੇ ਹਿੱਸੇਦਾਰ ਬਣੀਏ। ਹੁਣ ਪਰਮੇਸ਼ਰ ਇੱਥੇ ਸਭ ਕੁਝ ਕਰਕੇ ਕੀ ਚਾਹੁੰਦਾ ਆ? ਪਵਿੱਤਰਤਾ ਦੇ ਹਿੱਸੇਦਾਰ ਬਣੀਏ। ਉਹ ਸਾਨੂੰ ਅਨੁਸ਼ਾਸਨ ਕਰਦਾ ਆ। So now, after what we read in these verses, that what God wants, He wants us to discipline us. That's He wants to do, is discipline us, so we can stay holy. 11ਵੇਂ ਵਰਸ 'ਚ ਲਿਖਿਆ ਆ, ਕਿਸੇ ਤਰ੍ਹਾਂ ਦਾ ਵੀ ਅਨੁਸ਼ਾਸਨ ਜਿਹੜਾ ਸੁਖਦਾਇਕ ਨਹੀਂ ਹੁੰਦਾ। And it says that no discipline is enjoyable. ਇਹ ਹਮੇਸ਼ਾ ਹੀ ਦੁੱਖ ਦਿੰਦਾ ਆ, ਪਰ ਪਿੱਛੋਂ ਇਸ ਦੇ ਹੇਠੋਂ ਨਿਕਲ ਚੁੱਕੇ ਹਨ ਉਹ ਸ਼ਾਂਤੀਪੂਰਨ ਉਚਿਤਤਾ ਸਮੇਤ ਜੀਵਨ ਲਈ ਫਲ ਪ੍ਰਾਪਤ ਕਰਦੇ ਹਨ। But it's not enjoyable, it's painful, but afterwards when you are done having the discipline, that's the time when you receive blessings. ਹੁਣ ਆਪਾਂ ਇੱਥੇ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਾਨ ਦੇ ਕੇ ਸਾਡੇ ਪਾਪਾਂ ਤੋਂ ਸਾਨੂੰ ਛੁਟਕਾਰਾ ਦਿੱਤਾ। And then Lord Jesus gave his life and he took all our sins. ਹੁਣ ਆਪਾਂ ਜਿਹੜੇ ਉਹਦੇ ਤੇ ਵਿਸ਼ਵਾਸ ਕਰਦੇ ਉਹਦੇ ਕੋਲ ਆਏ ਆ, ਉਹਨਾਂ ਕੋਲੋਂ ਪਰਮੇਸ਼ਰ ਕੀ ਮੰਗ ਕਰਦਾ ਹੈ ਇੱਥੇ? And the ones who came to Lord Jesus, we believe in him, what is he wanting from us? ਤੇ ਆਪਾਂ ਕੀ ਕਰਦੇ ਆ? ਆਪਾਂ ਸੋਚਦੇ ਆ ਕਿ ਸਾਨੂੰ ਸ਼ੁਰੂ ਤੋਂ ਆਦਤ ਪਈ ਮਤਲਬ ਕੱਢਣ ਦੀ। And what from the beginning we always want something in return. ਅਸੀਂ ਜ਼ਿਆਦਾਤਰ ਇਸ ਤੇ ਧਿਆਨ ਦਿੰਨੇ ਆ ਕਿ ਅਸੀਂ ਦੁਆ ਕਰੀਏ ਸਾਡਾ ਆਹ ਕੰਮ ਹੋ ਜਾਵੇ, ਸਾਡਾ ਉਹ ਹੋ ਜਾਵੇ, ਸਾਡਾ ਆਹ ਹੋ ਗਿਆ ਤੇ ਸਾਡਾ ਉਹ ਹੋ ਗਿਆ। And from the beginning always what we want to pray so we can get something done. Every time we are praying, so okay, we get this done with that done. That's all what we are praying for most of the time. ਆਪਾਂ ਦੌੜੇ ਫਿਰਦੇ ਇਸ ਚੀਜ਼ ਵਾਸਤੇ। And we are running around for that to get something. ਮੇਰੇ ਖਿਆਲ 'ਚ ਕੋਈ ਵੀ ਨਹੀਂ ਆਪਣੇ 'ਚੋਂ ਇੱਥੇ ਇਦਾਂ ਦਾ ਹੋਗਾ ਜਿਹੜਾ ਕਿ ਬਿਨਾਂ ਜ਼ਰੂਰਤ ਤੋਂ ਬੈਠਾ ਹੋਵੇ। And maybe nobody here at this time is sitting for if you have no need, you are just everybody has some needs. ਆਪਣੀਆਂ ਸਭ ਦੀਆਂ ਪਰਮੇਸ਼ਰ ਨੇ ਜ਼ਰੂਰਤਾਂ ਪੂਰੀਆਂ ਕੀਤੀਆਂ ਆ, ਹੁਣ ਉਹ ਮੰਗ ਕਰਦਾ ਅੱਜ ਆਪਣੇ ਤੋਂ। And God has fulfilled all our needs and today he wants something from us. ਪਰਮੇਸ਼ਰ ਚਾਹੁੰਦਾ ਕਿ ਮੇਰੀਆਂ ਆਗਿਆਵਾਂ ਦੇ ਵਿੱਚ ਰਹਿ ਕੇ ਫਲਦਾਇਕ ਹੋਵੋ। And God wants us to be fulfilled back to him and he wants us to do something back for him. ਤੇ ਜਦੋਂ ਅਸੀਂ ਫਲ ਨਹੀਂ ਦਿੰਦੇ ਤਾਂ ਪਰਮੇਸ਼ਰ ਸਾਨੂੰ ਜਿਹੜੀਆਂ ਡਾਹਣੀਆਂ, ਜਿੱਦਾਂ ਆਪਾਂ ਇੱਕ ਬੇਲ ਦੀ ਤਸਵੀਰ ਦੇਖਦੇ ਆ, ਇੱਕ ਬੇਲ ਆ, ਜਦੋਂ ਉਹਦਾ ਹੀ ਕੋਈ ਡਾਹਣੀ ਫਲ ਨਹੀਂ ਦਿੰਦੀ ਉਹਨੂੰ ਕੱਟ ਦਿੱਤਾ ਜਾਂਦਾ ਆ। And now as we see let's say a picture of a vine, and if the one branch is not fruitful, they prune it, they cut it off. ਹੁਣ ਆਪਾਂ ਪਹਿਲਾਂ ਮੱਤੀ ਦਾ 25ਵੇਂ ਚੈਪਟਰ ਦਾ 31 ਤੇ 33 ਪੜ੍ਹਦੇ ਆ। And we're going to read Matthew 25.
ਹਾਂਜੀ ਲਿਖਿਆ ਆ ਕਿ ਜੱਸੂ ਭੇਡਾਂ ਨੂੰ ਬੱਕਰੀਆਂ ਤੋਂ ਵੱਖ ਕਰੇਗਾ। ਇਹਦੇ ਵਿੱਚ 31 ਦੇ ਵਿੱਚ ਲਿਖਿਆ ਆ, ਤੇ 33 ਦੇ ਵਿੱਚ ਲਿਖਿਆ ਭੇਡਾਂ ਨੂੰ ਸੱਜੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ। ਮਤਲਬ ਇਦਾਂ ਸ਼ਾਂਤੀ ਹੋਣੀ ਆ ਆਪਣੀ। ਹਾਲੇਲੂਇਆ। ਆਪਾਂ ਕਦੀ ਇਹਨਾਂ ਚੀਜ਼ਾਂ ਨੂੰ ਨਹੀਂ ਸੋਚਦੇ, ਆਪਾਂ ਉਹੀ ਦੇਖਦੇ ਕਿ ਪਰਮੇਸ਼ਰ ਨੇ ਸਾਨੂੰ ਦੇਣ ਦਾ ਕੀ ਵਾਅਦਾ ਕੀਤਾ, ਕਿਹੜੇ ਸੁੱਖ ਆ, ਕਿਹੜੀਆਂ ਚੀਜ਼ਾਂ ਆ, ਸਭ ਕੁਝ ਪਰਮੇਸ਼ਰ ਨੇ ਵਾਅਦਾ ਕੀਤਾ ਆ, ਪਰ ਉਹ ਕੁਝ ਮੰਗ ਵੀ ਕਰਦਾ ਅੱਜ ਆਪਣੇ ਤੋਂ। And ਹਾਲੇਲੂਇਆ। there's a lot of times we don't think, hear or think things differently. There's some stuff sometimes God wants back from us. ਜਿੱਦਾਂ ਜੱਸਾ ਜਾ ਦੇ 5ਵੇਂ ਚੈਪਟਰ ਦੇ ਪਹਿਲੇ ਤੋਂ 7ਵੇਂ ਵਰਸ ਦੇ ਵਿੱਚ ਤੁਸੀਂ ਘਰ ਪੜ੍ਹ ਲੈਣਾ, ਪੜ੍ਹਨ ਵਾਲਾ ਹੈ ਕਿ ਪਰਮੇਸ਼ਰ ਨੇ ਇੱਕ ਬਹੁਤ ਵੱਡਾ ਅੰਗੂਰੀ ਬਾਗ ਲਾਇਆ ਸੀ, ਉਹਨੂੰ ਇਜ਼ਰਾਈਲ ਨੂੰ ਕਿਹਾ ਗਿਆ ਇੱਥੇ ਬਾਗ। And here we see, you can read it's in book of Isaiah, you can read it after at home, that Israel is called a big garden. ਤੇ ਉਹਨਾਂ ਨੇ ਕੀ ਕੀਤਾ, ਉਹਨੂੰ ਪਰਮੇਸ਼ਰ ਨੂੰ ਅਣਗੌਲਿਆ ਕਰ ਦਿੱਤਾ ਤੇ ਕੋਈ ਫਲ ਨਹੀਂ, ਮਤਲਬ ਪਰਮੇਸ਼ਰ ਦੀਆਂ ਆਗਿਆਵਾਂ 'ਚ ਨਹੀਂ ਬਣੇ ਰਹੇ। And they did not walk in the commandments of the Lord. ਤੇ ਇਸ ਕਰਕੇ ਪਰਮੇਸ਼ਰ ਹਮੇਸ਼ਾ ਚਾਹੁੰਦਾ ਆ, ਪਰਮੇਸ਼ਰ ਹਮੇਸ਼ਾ ਚਾਹੁੰਦਾ ਆ ਜਦੋਂ ਸਾਨੂੰ ਬਚਾਉਂਦਾ ਆ ਕਿ ਅਸੀਂ ਵੀ ਉਹਦੇ ਲਈ ਕੁਝ ਕਰ ਸਕੀਏ, ਉਹ ਆਪਣੇ ਵਾਸਤੇ ਬਚਾਉਂਦਾ ਆ। And when God saves us, He wants us to do something for Him as well. He saves us for Him. ਉਹ ਆਪਣੇ ਵਾਸਤੇ ਨਹੀਂ, ਉਹ ਆਪਣੇ ਲੋਕਾਂ ਵਾਸਤੇ ਬਚਾਉਂਦਾ, ਉਹ ਸੈਲਫਿਸ਼ ਨਹੀਂਗਾ। And He saves us so we can do something for His people. ਓਕੇ, ਲੂਕਾ ਦਾ 13ਵੇਂ ਚੈਪਟਰ ਦਾ ਆਪਾਂ 6 ਤੇ 9 ਪੜ੍ਹਦੇ ਹਾਂ। Luke 13, 6 and 9. ਇੱਥੇ ਅੰਜੀਰ ਦੇ ਰੁੱਖ ਦਾ ਮਾਲਕ ਜਿਹੜਾ ਧੀਰਜ ਰੱਖਦਾ ਹੈ ਕਿ ਉਹ ਇਸ ਨੂੰ ਫਲ ਦੇਣ ਅਤੇ ਇਸ ਨੂੰ ਖਾਦ ਪਾਉਂਦਾ ਹੈ, ਅੰਤ ਵਿੱਚ ਇਸ ਨੂੰ ਨਾਸ਼ ਕਰ ਦਿੰਦਾ ਹੈ ਜੇ ਇਹ ਫਲ ਨਹੀਂ ਦਿੰਦਾ। ਜਦੋਂ ਕੋਈ ਵੀ ਬੂਟਾ ਜਿਹੜਾ ਫਲ ਨਹੀਂ ਦਿੰਦਾ ਆ, ਉਹਦਾ ਮਾਲਕ ਜਿਹੜਾ ਇੱਥੇ ਅੰਜੀਰ ਦੇ ਰੁੱਖ ਦੀ ਐਗਜ਼ਾਮਪਲ ਦਿੱਤੀ ਗਈ ਆ, ਨਹੀਂ ਤਾਂ ਮਾਲਕ ਕੀ ਕਰਦਾ ਆ, ਉਹਨੂੰ ਨਾਸ਼ ਕਰ ਦਿੰਦਾ ਆ। And here there's an example of a fig tree that if there's no fruit in the fig tree, the man who owns that garden, he cuts it off. ਮੱਤੀ 3 ਦੇ 10 ਵਿੱਚ ਵੀ ਆਪਾਂ ਪੜ੍ਹ ਲੈਂਦੇ ਆ, ਰੁੱਖ ਜੋ ਫਲ ਨਹੀਂ ਦਿੰਦਾ ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। And again in Matthew says that the branch that doesn't give fruit, that it will be cut off and they'll throw it in the fire. ਹਾਲੇਲੂਇਆ। ਹੁਣ ਆਪਾਂ ਦੇਖਦੇ ਕਿ ਇੱਥੇ ਐਗਜ਼ਾਮਪਲ ਆਪਾਂ ਦੇਖੀ ਕਿ ਕਿੰਨਾ ਜ਼ਰੂਰੀ ਆ ਫਲ ਦੇਣਾ। So that's all these examples, they show that how important it is to be fruitful. ਹੁਣ ਆਪਾਂ ਵਰਸ ਬਾਈ ਵਰਸ ਅੱਗੇ ਜਾ ਕੇ ਦੇਖਦੇ ਹਾਂ ਕਿ ਇਹਦੇ ਬਾਰੇ ਕੀ ਪਰਮੇਸ਼ਰ ਕਹਿਣਾ ਚਾਹੁੰਦਾ ਵਚਨ ਦੇ ਵਿੱਚ। And now we're going to see verse by verse that what God wants to tell us. ਪਹਿਲੇ ਵਰਸ ਤੋਂ ਲੈ ਕੇ 7ਵੀਂ ਤੱਕ ਪਰਮੇਸ਼ਰ ਨੇ ਕਿਹਾ ਮੈਂ ਅੰਗੂਰ ਦੀ ਵੇਲ ਆ। And from verses 1 to 7, it says God is saying that I am the vine. ਮੇਰਾ ਪਿਤਾ ਮਾਲੀ ਆ। And my father is the gardener. ਵੀ ਜਿਹੜੀ ਡਾਣੀ ਫਲ ਨਹੀਂ ਦਿੰਦੀ ਉਹਨੂੰ ਮੈਂ ਕੱਟ ਦਿੰਨਾ। ਮਤਲਬ ਪਰਮੇਸ਼ਰ ਨੇ 7 ਵਾਰ ਇੱਥੇ ਮੈਂ ਸ਼ਬਦ ਇਸਤੇਮਾਲ ਕੀਤਾ ਆ। And 7 times God is talking about himself. ਹਾਲੇਲੂਇਆ। ਕਿਉਂ ਇੱਥੇ ਮੈਂ ਬਾਰ-ਬਾਰ ਆਇਆ ਹੈ? ਇੱਥੇ ਪਰਮੇਸ਼ਰ ਦਾ ਆਪਾਂ ਰੱਬੀ ਗੁਣਾ ਦੇਖ ਸਕਦੇ ਹਾਂ, ਦੇਵੀ ਗੁਣ ਦੇਖ ਸਕਦੇ ਹਾਂ ਕਿ ਉਹ ਪਰਮੇਸ਼ਰ ਆ। ਕੌਣ ਬੋਲ ਰਿਹਾ? ਪਰਮੇਸ਼ਰ ਬੋਲ ਰਿਹਾ। And it's God who's talking about this picture here. We can see it's God talking about everything here. ਇੱਥੇ ਯਿਸੂ ਮਸੀਹ, ਪ੍ਰਭੂ ਯਿਸੂ ਮਸੀਹ ਨੂੰ ਆਪਾਂ ਦੇਖਦੇ ਕਿ ਉਹ ਇੱਕ ਬੇਲ ਆ। ਆਪਾਂ ਇੱਕ ਤਸਵੀਰ ਦੇਖਦੇ ਹਾਂ। And here we can see a picture of Lord Jesus Christ, him being a vine. ਜਿਹੜੀ ਬੇਲ ਆ ਉਹ ਟਾਹਣੀਆਂ ਨੂੰ ਨਿਊਟ੍ਰੀਸ਼ਨ ਦਿੰਦੀ ਆ, ਪੌਸ਼ਟਿਕ ਤੱਤ ਦਿੰਦੀ ਆ। And it's the vine gives the branches the nutrition that it's needed. ਇਸੇ ਤਰ੍ਹਾਂ ਸਾਨੂੰ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਆਪਣੇ ਬਚਨਾਂ ਦੇ ਰਾਹੀਂ, ਦੁਆਵਾਂ ਦੇ ਰਾਹੀਂ, ਪ੍ਰਾਰਥਨਾ ਦੇ ਰਾਹੀਂ ਸਾਨੂੰ ਤਾਕਤ ਦਿੰਦਾ ਆ। And this is how Lord Jesus also gives us, through the word of God, gives us nutrition that we need, ਤਾਂ ਜੋ ਅਸੀਂ ਫਲ ਦੇ ਸਕੀਏ, so that we can be fruitful. ਹੁਣ ਆਪਾਂ ਚਰਚ ਦੇ ਵਿੱਚ ਸਾਰੇ ਬੈਠੇ ਹਾਂ। And now that we are sitting here in the church, ਇੱਥੇ ਆਪਾਂ ਵਰਸ਼ਿਪ ਕੀਤੀ, ਪ੍ਰਾਰਥਨਾਵਾਂ ਕੀਤੀਆਂ, and here we prayed and we did the worship. ਹੁਣ ਵਚਨ ਸੁਣ ਰਹੇ ਹਾਂ ਤਾਂ ਜੋ ਅਸੀਂ ਤਾਕਤ ਲੈ ਸਕੀਏ ਉਹਦੇ ਕੰਮਾਂ ਦੇ ਵਾਸਤੇ, so that we can be strong for his word, his works. ਸਭ ਤੋਂ ਪਹਿਲਾਂ ਕੀ ਹੋਣਾ ਚਾਹੀਦਾ? ਸਾਡਾ ਵਿਸ਼ਵਾਸ ਤਕੜਾ ਹੋਣਾ ਚਾਹੀਦਾ। Our faith needs to be strong.
ਵਿਸ਼ਵਾਸ ਤੋਂ ਬਿਨਾਂ ਅਸੀਂ ਕੁਝ ਨਹੀਂ ਕਰ ਸਕਦੇ। Without faith, we cannot do anything. ਵਚਨ 'ਚ ਲਿਖਿਆ ਆਇਆ ਕਿ ਵਿਸ਼ਵਾਸ ਤੋਂ ਬਿਨਾਂ ਕੋਈ ਪਰਮੇਸ਼ਰ ਦੇ ਦਰਸ਼ਨ ਨਹੀਂ ਕਰ ਸਕਦਾ। And it says that without faith, we cannot see God. ਹੁਣ ਆਪਾਂ ਜਦੋਂ ਸਾਰੇ ਪ੍ਰਭੂ ਦੇ ਵਿੱਚ ਆਏ ਹਾਂ, ਅਸੀਂ ਪਹਿਲਾਂ ਕੀ ਕੀਤਾ ਸੀ? ਵਿਸ਼ਵਾਸ ਕੀਤਾ ਸੀ। And when we came to the Lord, first thing what we did, we believed first. We had faith first. ਤੋਬਾ ਕੀਤੀ ਸੀ, Yeah. ਸਾਡੇ ਪਾਪ ਮਾਫ ਹੋਏ ਸੀ। We asked for forgiveness. Our sins were forgiven. ਫਿਰ ਵਚਨ 'ਚ ਲਿਖਿਆ ਤੋਬਾ ਕਰੋ, ਬਪਤਿਸਮਾ ਲਓ। ਆਪਾਂ ਬਪਤਿਸਮਾ ਲਿਆ। And then we took the baptism. ਫਿਰ ਸਾਨੂੰ ਪਰਮੇਸ਼ਰ ਨੇ ਬਪਤਿਸਮੇ ਤੋਂ ਬਾਅਦ ਆਪਾਂ ਦੇਖਦੇ ਕਿ ਆਪਾਂ ਕਿੰਨੀਆਂ ਅੱਖਾਂ ਖੁੱਲ ਜਾਂਦੀਆਂ ਸਾਡੀਆਂ। And that after baptism, even we can see how our eyes are opened. ਅੱਖਾਂ ਤਾਂ ਪਹਿਲਾਂ ਹੀ ਖੁੱਲੀਆਂ ਸੀ, ਪਰ ਆਤਮਿਕ ਅੱਖਾਂ ਖੁੱਲ Our ਜਾਂਦੀਆਂ ਆ। spiritual eyes get ਹਾਲੇਲੂਇਆ। opened. ਫਿਰ ਅਸੀਂ Hallelujah. ਜਿਹੜੀਆਂ ਦੁਨਿਆਵੀ ਚੀਜ਼ਾਂ ਉਹਨਾਂ ਤੋਂ ਅੱਖਾਂ ਬੰਦ ਕਰਨ ਲੱਗ ਜਾਂਦੇ ਹਾਂ, And then slowly we start closing our eyes from the worldly things ਕਿਉਂਕਿ ਅਸੀਂ ਪਰਮੇਸ਼ਰ ਨੂੰ ਪ੍ਰਸੰਨ ਕਰਨਾ ਚਾਹੁੰਦੇ ਹਾਂ। because we want to please God. ਹਾਲੇਲੂਇਆ। Amen. Hallelujah. ਇੱਥੇ ਆਪਾਂ ਦੇਖਦੇ ਕਿ ਫਲਦਾਰ ਸ਼ਾਖਾ ਦੀ ਗੱਲ ਹੋ ਰਹੀ ਆ। 11 ਚੇਲੇ ਜਿਹੜੇ ਸੀ ਉਹ ਇਹ ਫਲਦਾਰ ਸ਼ਾਖਾ ਜਿਹੜੀਆਂ ਉਹਨਾਂ ਨੂੰ ਦਰਸਾਉਂਦੀਆਂ ਆ। And those 11 disciples, they are representing the vines. ਜਦੋਂ ਫਲ ਨਾ ਦੇਣ ਵਾਲੀ ਸ਼ਾਖਾ ਜਿਹੜੀ ਆ ਉਹ ਯਹੂਦਾ ਨੂੰ ਦਰਸਾਉਂਦੀ ਆ। ਆਪਾਂ ਦੇਖਦੇ ਐਗਜ਼ਾਮਪਲ ਦੇ ਤੌਰ ਤੇ। And the one vine that gave no fruits, that Judah, it's representing Judah. ਹੁਣ ਆਪਾਂ ਕੀ ਬਣਨਾ ਆ? So what are we gonna become? ਫਲ ਦੇਣ ਵਾਲੀਆਂ ਸ਼ਾਖਾਵਾਂ। We are to become the vines that give fruit. ਕਿਤੇ ਬਾਹਰ ਜਾ ਕੇ ਪਰਮੇਸ਼ਰ ਦਾ ਇਨਕਾਰ ਨਹੀਂ ਕਰਨਾ ਜਦੋਂ ਰਿਸ਼ਤੇਦਾਰ ਨਾਲ ਖੜੇ ਹੋਏ। And when we go out there where our families, relatives are there, we're not to say that we don't know Jesus. ਹਾਲੇਲੂਇਆ। ਮਾਣ ਮਹਿਸੂਸ ਕਰਨਾ ਕਿ ਸਾਡਾ ਪਰਮੇਸ਼ਰ ਸਵਰਗ ਦਾ ਮਾਲਕ ਆ। ਹਾਲੇਲੂਇਆ। Hallelujah. We have to feel proud that our God is the one who owns the earth and the heavens. ਹਾਲੇਲੂਇਆ। Hallelujah. ਅਸੀਂ ਬਹੁਤ ਸਾਰੇ ਵਿਸ਼ਵਾਸੀ ਆ ਜੋ ਆਪਣੇ ਆਪ ਨੂੰ ਸੋਚਦੇ ਕਿ ਅਸੀਂ ਬਚਿਓ ਆ। And there are a lot of believers that they think that yes, they are saved. ਲਗਾਤਾਰ ਚਰਚ ਜਾਂਦੇ, ਸਾਰਾ ਕੁਝ ਕਰਦੇ ਆ। They do continuously go to church. They do everything. ਉਹਨਾਂ ਦੀ ਦਿੱਖ ਤੋਂ ਵੀ ਉਹ ਸੱਚੇ ਵਿਸ਼ਵਾਸੀ ਲੱਗਦੇ ਆ। They do look completely, yes, they are the believers. ਪਰ ਅੰਦਰ ਬਦਲਾਵ ਨਹੀਂ ਆਇਆ। But inside, they're still lacking. There's no change happening inside them. ਉਹ ਇੱਕ ਜੰਗਲੀ ਬੂਟੀ ਵਾਂਗੂ ਫੈਲਦੇ ਆ And sometimes they are like a weed. They're growing like a weed. ਤੇ ਨਾ ਫਲਦੇ ਆ ਤੇ ਨਾ ਫਲਣ ਦਿੰਦੇ ਆ। And they don't grow, they don't give fruit, and they don't let others, the other bushes, they don't let other bushes to grow or give fruit. ਅੱਜ ਆਪਾਂ ਦੇਖਣਾ ਕਿਤੇ ਅਸੀਂ ਉਹ ਤਾਂ ਨਹੀਂ ਕਿ And we really need to judge ourselves to make sure that we are not one of them. ਉਹ ਦੇਖਣ ਨੂੰ ਤਾਂ ਵਿਸ਼ਵਾਸੀ ਲੱਗਦੇ, ਦੂਜਿਆਂ ਨੂੰ ਸਾਰਿਆਂ ਨੂੰ ਲੱਗਦਾ ਕਿ ਇਹ ਲਗਾਤਾਰ ਆ ਕਰਦੇ ਆ, ਪਰ ਉਹ ਪਰਮੇਸ਼ਰ ਲਈ ਕੋਈ ਫਲ ਲੈ ਕੇ ਆਉਣ ਦੇ ਯੋਗ ਨਹੀਂ ਕਿ। And by seeing, it looks like yes, they are fully believers, but they are not bringing any fruit for the Lord. ਹਾਲੇਲੂਇਆ। ਹੁਣ ਆਪਾਂ 15 ਦਾ ਪਹਿਲਾ ਵਰਸ ਦੇਖਦੇ ਹਾਂ। ਪ੍ਰਭੂ ਯਿਸੂ ਕਹਿੰਦੇ ਮੈਂ ਅੰਗੂਰ ਦੀ ਵੇਲ ਹਾਂ। And the first John 15:1, it says, I am the true vine. ਤੇ ਅੰਗੂਰ ਦੀ ਵੇਲ ਜਿੱਦਾਂ ਪੁਰਾਣੇ ਨੇਮ ਚ ਆਪਾਂ ਅੱਗੇ ਦੇਖਿਆ ਕਿ ਪਰਮੇਸ਼ਰ ਨੇ ਇਜ਼ਰਾਈਲ ਦੀ ਤਸਵੀਰ ਦਿਖਾਈ ਹੋਆ ਜਸਾਜਾ ਦੇ ਵਿੱਚ ਹੈ ਨਾ। ਹਾਲੇਲੂਇਆ। ਕਿ ਪਰਮੇਸ਼ਰ ਨੇ ਕਿੱਦਾਂ ਉਹਨਾਂ ਨੂੰ ਛੁਡਾਇਆ, ਕਿੱਦਾਂ ਉਹਨਾਂ ਨੂੰ ਸਾਰਾ ਕੁਝ ਮੁਹੱਈਆ ਕੀਤਾ, ਪਰ ਉਹ ਬੇਫਲ ਸੀਗੇ ਤੇ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਨਹੀਂ ਸੀ ਕਰਦੇ। And in the Old Testament, we saw like Israel, God, how they brought them out of the wilderness and did everything for them, but still they were not fruitful. ਤੇ ਉਹਨਾਂ ਨੇ ਜਿੱਦਾਂ ਇਜ਼ਰਾਈਲ ਨੇ ਪਰਮੇਸ਼ਰ ਦੀ ਅਣਆਗਿਆਕਾਰੀ ਕੀਤੀ, ਇਜ਼ਰਾਈਲ ਬੇਫਲ ਸੀ। And Israel did not listen to God's commandments, and they had no fruits. ਤੇ ਪ੍ਰਭੂ ਯਿਸੂ ਮਸੀਹ ਨੇ ਪਰਮੇਸ਼ਰ ਦੀ ਆਗਿਆ ਦੀ ਪਾਲਣਾ ਕੀਤੀ ਤੇ ਉਹ ਫਲਦਾਇਕ ਸੀ। And Lord Jesus fulfilled the commandments of the Father, and he bare fruit. ਪ੍ਰਭੂ ਯਿਸੂ ਮਸੀਹ ਨੇ ਅਬਰਾਹਮ ਨੂੰ ਜਿਹੜਾ ਵਾਅਦਾ ਪਰਮੇਸ਼ਰ ਦਾ ਮਿਲਿਆ ਸੀ ਉਹ ਪੂਰਾ ਕੀਤਾ। And Lord Jesus fulfilled the promise that Abraham got. ਅੰਤਮ ਨੂੰ ਪੂਰਾ ਕੀਤਾ। He fulfilled it. ਅਬਰਾਹਮ ਦੀ ਸੰਤਾਨ ਪਰਮੇਸ਼ਰ ਨੇ ਜੋ ਵਾਅਦਾ ਸੀ, ਜੇ ਪ੍ਰਭੂ ਯਿਸੂ ਪਿਤਾ ਦੇ ਆਗਿਆ ਦੇ ਵਿੱਚ ਆ ਕੇ ਨਾ ਉਹ ਕੁਝ ਕਰਦੇ ਤਾਂ ਉਹ ਵਾਅਦਾ ਨਹੀਂ ਸੀ ਪੂਰਾ ਹੋਣਾ। If Lord Jesus weren't gonna be
in that promise, so that promise was not gonna be fulfilled. That he wasn't gonna be in the commitment of the Abraham. what ਅੱਜ he did. ਪ੍ਰਭੂ ਯਿਸੂ ਮਸੀਹ ਸਾਡੇ ਕੋਲੋਂ ਇਹ ਮੰਗ ਕਰਦੇ ਆ And ਕਿ this ਜਿਸ is- ਤਰ੍ਹਾਂ ਮੈਂ ਪਿਤਾ ਦੇ ਵਿੱਚ ਸੀ ਉਦਾਂ ਹੀ ਤੁਸੀਂ ਵੀ ਹੋਵੋ। And this is what Lord Jesus wants today, that just I was in my Father, he wants us to do the same in Lord Jesus. ਹੁਣ ਇੱਥੇ ਚਿੰਤਾ ਕਰਨੇ ਦੀ ਕੋਈ ਲੋੜ ਨਹੀਂ ਕਿ ਅਸੀਂ ਕਿੱਦਾਂ ਫਲ ਦੇਵਾਂਗੇ ਜਾਂ ਕੀ ਕਰਾਂਗੇ। And there's nothing to worry about that how we can be fruitful. ਵੇਲ ਕੀ ਕਰਦੀ ਆ? And what does the vine do? ਵੇਲ ਉਹਨਾਂ ਟਾਹਣੀਆਂ ਨੂੰ ਨਿਊਟ੍ਰੀਸ਼ਨ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਆ ਜਿਹੜੀਆਂ ਟਾਹਣੀਆਂ ਉਹਦੇ ਨਾਲ ਲੱਗੀਆਂ ਹੋਈਆਂ ਆ। And the vine gives the nutrition facts to those branches, the ones are together with it. ਯਿਸੂ ਇੱਥੇ ਸਾਡੇ ਸਪਲਾਇਰ ਆ ਸਾਨੂੰ ਪੌਸ਼ਟਿਕ ਤੱਤ ਦੇਣ ਲਈ, ਸਾਨੂੰ ਤਾਕਤ ਦੇਣ ਲਈ। And Lord Jesus is our supplier to give us those nutritious ਉਹ ਆਪਣੇ things. ਬਚਨਾਂ ਦੇ ਰਾਹੀਂ ਸਾਨੂੰ ਗਾਈਡ ਕਰਦੇ ਆ। And he guides us through the word of God, ਪਵਿੱਤਰ ਆਤਮਾ ਦਿੱਤਾ ਮਦਦ ਦੇ ਵਾਸਤੇ and has given us the Holy Spirit for ਜੋ help. ਸਾਡੀਆਂ ਕਮਜ਼ੋਰੀਆਂ 'ਚ ਮਦਦ ਕਰਦਾ ਆ। Helps us through our in our weaknesses. ਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਸਾਡੇ ਵਿੱਚ ਤੇ ਪਿਤਾ ਪਰਮੇਸ਼ਰ ਦੇ ਵਿੱਚ ਵਿਚੋਲੇ ਦਾ ਕੰਮ ਕਰਦਾ, ਜਿੱਦਾਂ ਟਾਹਣੀ ਇੱਕ ਕਰਦੀ ਆ ਫਲ ਦੇ ਵਿੱਚ ਤੇ ਬੇਲ ਦੇ ਵਿੱਚ। And the Holy Spirit, Lord Jesus, is like a middleman, just like the fruit and the branch has the vine in between. ਹਾਲੇਲੂਇਆ। Amen. ਪ੍ਰਭੂ ਯਿਸੂ ਨੇ ਆਪਣੀ ਜਾਨ ਦੇ ਕੇ ਪਰਮੇਸ਼ਰ ਪਿਤਾ ਦਾ ਆਤਮਾ ਸਾਨੂੰ ਦਿੱਤਾ, ਬਹੁਤ ਕੀਮਤੀ ਆਤਮਾ ਆ। And Lord Jesus gave his life, and that's how we got the Holy Spirit. It's such a precious Holy Spirit. ਅਸੀਂ ਸੁਣਿਆ ਸੀ ਕਿ ਲੋਕ ਕਹਿੰਦੇ ਅਸੀਂ ਭਗਤੀਆਂ ਕਰਦੇ ਜਾਂ ਕੁਝ ਵੀ ਕਰਦੇ, ਪਰ ਕਦੀ ਕਿਸੇ ਤੋਂ ਇਹ ਨਹੀਂ ਸੀ ਸੁਣਿਆ ਕਿ ਉਹਨੇ ਰੱਬ ਦਾ ਛੂਹ ਲਿਆ ਆ ਜਾਂ ਰੱਬ ਨੇ ਉਹਦੇ ਨਾਲ ਗੱਲ ਕੀਤੀ ਆ। And we used to, long time ago, we used to hear that people used to say they did so much, they gave up everything, they went on mountains, they did whatever, all the stuff, but we never heard that they gave their life to get all this. ਹੁਣ ਅਸੀਂ ਜਾਣਦੇ ਹਾਂ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਕਿ ਪਰਮੇਸ਼ਰ ਸਾਡੇ ਨਾਲ ਆ। And now through Lord Jesus we know that God is with us. ਅੱਜ ਆਪਣੇ ਆਪ ਨੂੰ ਸੋਚੀਏ ਕਿ ਅਸੀਂ ਰੱਬ ਨੂੰ ਜਾਣਦੇ ਹਾਂ। And this is such a thing to be proud of, that we know God. ਹਾਲੇਲੂਇਆ। ਹੁਣ ਦੁਨੀਆ ਦੇ ਹਾਲੇਲੂਇਆ। ਫੇਵਰ ਦੀ ਸਾਨੂੰ ਲੋੜ ਨਹੀਂ, ਹੁਣ ਰੱਬ ਦਾ ਫੇਵਰ ਸਾਡੇ ਤੇ ਆ। And now we ਹਾਲੇਲੂਇਆ। don't need a favor of people, because now God's favor is on us. ਜੇ ਸਾਨੂੰ ਕੁਝ ਵੀ ਚਾਹੀਦਾ, ਜੇ ਉਹਦੇ ਵਿੱਚ ਬਣੇ ਰਹਿੰਦੇ, ਉਹ ਸਾਨੂੰ ਸਭ ਕੁਝ ਦਿੰਦਾ ਆ। If we need anything, if we stay faithful to Him, He will give us anything we need. ਇਹ ਸਾਡੀਆਂ ਹੀ ਕਮਜ਼ੋਰੀਆਂ ਆ ਜਿਹੜੀਆਂ ਸਾਡੀਆਂ ਦੁਆਵਾਂ ਦੇ ਵਿੱਚ ਰੁਕਾਵਟ ਬਣੀਆਂ। These are our weaknesses sometimes that's why our prayers are not being answered sometimes. ਹੁਣ ਦੇਖਦੇ ਮਾਲੀ ਕੌਣ ਆ, And now we're gonna see who is the gardener, ਉਹਦੇ ਕਿੰਨੇ ਫਰਜ਼ ਆ। and what does the gardener do? ਉਹਦੇ ਆਪਾਂ ਇੱਥੇ ਵਚਨ ਵਿੱਚ ਦੱਸੇ ਆ, 2 ਫਰਜ਼ ਦੱਸੇ ਆ। And here we see 2 responsibilities of the gardener. ਪਹਿਲਾਂ ਤਾਂ ਕੀ ਕਰਦਾ, ਵਾਧੂ ਟਾਹਣੀਆਂ ਨੂੰ ਕੱਟ ਦਿੰਦਾ ਆ। And first the gardener prunes all the extra branches. ਇਹ ਕਈ ਵਾਰ ਮੈਂ ਵੀ ਜਿੱਦਾਂ ਟਮਾਟਰ ਲਾਏ ਹੁੰਦੇ ਆ, ਮੈਨੂੰ ਗਾਰਡਨਿੰਗ ਦਾ ਸ਼ੌਂਕ ਆ, ਤੇ ਮੈਂ ਉਹਦੀਆਂ ਜਿਹੜੀਆਂ ਸਾਈਡਾਂ ਤੇ ਟਾਹਣੀਆਂ ਹੁੰਦੀਆਂ ਕੱਟ ਦਿੰਨੀ ਆ ਕਿ ਹੋਰ ਵਧੇ। And sometimes, because I do gardening a little bit, so if I have tomato plants I have at home, so I cut the branches, the extra branches that they're on the side, so the actual plant can grow even more. ਤੇ ਮਤਲਬ ਪਹਿਲਾਂ ਮੈਨੂੰ ਡਰ ਲੱਗਦਾ ਸੀ ਕਿ ਇਹ ਕੱਟਣੀਆਂ ਨਹੀਂ, ਇਹਨਾਂ ਨੂੰ ਫਲ ਲੱਗਣੇ। ਜਿੱਦਾਂ ਆਪਾਂ ਪਹਿਲਾਂ ਦੇਖਦੇ ਸੀ ਕਿ ਪਾਪ ਆ ਕੋਈ ਚੀਜ਼ ਕੱਟਣੀ ਕਰਨੀ ਜਾਂ ਮਰ ਜਾਣਾ ਕਿਸੇ ਕੀੜੇ ਨੇ, ਹਨਾ। And before, from the old mentality, we used to think, oh, if we cut the branches, oh, there's some bugs live in there, what if they die, so it's like a sin. So before I used to think that. ਤੇ ਜਦੋਂ ਉਹ ਕੱਟਣੀਆਂ ਸ਼ੁਰੂ ਕੀਤੀਆਂ ਤਾਂ ਉਹ ਦੇਖਿਆ ਕਿ ਉਹ ਹੋਰ ਪਗਾਰੇ ਫੁੱਟਦੇ ਆ ਤੇ ਬਹੁਤ ਫਲਦਾਰ ਹੁੰਦੀਆਂ ਜਦੋਂ ਉਹਨਾਂ ਨੂੰ ਹੈਂਗ ਕਰ ਦਿੰਦੇ ਚੰਗੀ So ਤਰ੍ਹਾਂ। now I learned that actually if you prune the plant, it actually grows even more. ਤੇ ਫਿਰ ਉਹ ਟਾਹਣੀਆਂ ਨੂੰ ਕੀ ਹੁੰਦਾ ਹੈ, ਨਾਲੇ ਤਾਂ ਉਹਨਾਂ ਨੂੰ ਧੁੱਪ ਪੂਰੀ ਤਰ੍ਹਾਂ ਮਿਲਦੀ ਆ, ਹਵਾ ਮਿਲਦੀ ਆ, ਪਾਣੀ ਚੰਗੀ ਤਰ੍ਹਾਂ ਮਿਲਦਾ, ਖਾਦ, ਫਿਰ ਉਹ ਜਿਹੜੀਆਂ ਟਾਹਣੀਆਂ ਜਿਹੜੀਆਂ ਫਲਦਾਰ ਹੋਣੀਆਂ ਉਹਨਾਂ ਲਈ ਚੰਗਾ ਫਲ ਪੈਦਾ ਕਰਦੀਆਂ। And actually, because once you prune, so the air, the water, the wind, the sun, everything is perfect for them, so actually it grows even more.
ਤੇ ਪਰਮੇਸ਼ਰ ਕੀ ਕਰਦਾ ਹੈ, ਪਹਿਲੇ ਨੰਬਰ ਤੇ ਵਾਧੂ ਟਾਹਣੀਆਂ ਨੂੰ ਕੱਟ ਦਿੰਦਾ ਆ And first, God cuts off all the extra branches ਤੇ ਫਲ ਵਾਲੀਆਂ ਟਾਹਣੀਆਂ ਜਿਹੜੀਆਂ ਲੱਗਦੀਆਂ ਉਹਨਾਂ ਦੀ ਛਾਂਟੀ ਕਰਦਾ ਹੈ। and prunes all the branches that has extra fruit on it. ਹਾਲੇਲੂਇਆ। Amen. ਅੱਜ ਜੇ ਕਿਸੇ ਦੀ ਜ਼ਿੰਦਗੀ ਦੇ ਵਿੱਚ ਕੋਈ ਮੁਸੀਬਤ ਇਦਾਂ ਦੀ ਆ ਕਿ ਕੋਈ ਰਾਹ ਨਹੀਂ ਦਿਖ ਰਿਹਾ, ਕੋਈ ਫਲ ਨਹੀਂ ਦਿਖ ਰਿਹਾ ਤੇ ਬਹੁਤ ਹੀ ਆਪਣੇ ਆਪ ਨੂੰ ਦੱਬਿਆ ਹੋਇਆ ਮਹਿਸੂਸ ਕਰਦਾ ਆ, ਯਾਦ ਰੱਖੋ ਕਿ ਜਿਹੜੀ ਦਾਣੀ ਕੱਟੀ ਜਾਂਦੀ ਆ, ਤੜਫ ਰਹੇ ਆ ਦੁੱਖਾਂ ਦੇ ਵਿੱਚ, ਉਹ ਫਲਦਾਰ ਹੁੰਦੀ ਆ। ਇਹ ਦੁੱਖ ਧੀਰਜ ਉਤਪੰਨ ਕਰਦੇ ਆ। And remember today, if there is something in your life that going on, and remember that if that's the branch that is going to be cut off, that branch from that area, there's going to be fruit. There's going to be branches coming out of it, and that's where the blessings going to be coming. ਹੁਣ ਜਿੰਨੇ ਜਾਣੇ ਵੀ ਪਰਮੇਸ਼ਰ ਦੀ ਸੇਵਾ ਕਰਦੇ, ਸੇਵਾ ਦੇ ਵਿੱਚ ਲੱਗੇ ਹੋਏ, ਉਹ ਉਹੀ ਟਾਹਣੀਆਂ ਆ ਜਿਹੜੀਆਂ ਕੱਟ ਕੇ ਪਰਮੇਸ਼ਰ ਨੇ ਇੱਥੇ ਰੱਖੀਆਂ ਹੋਈਆਂ ਆ। And all those who are serving the Lord, those are those branches that they've been cut off, pruned, and that's how they are growing. ਜਿਨ੍ਹਾਂ ਦੀ ਦੁਆ ਸੁਣੀ ਗਈ ਆ, ਉਹ ਦੁਆ ਇੱਕ ਵਾਰ ਕਰਕੇ ਚਲੇ ਗਏ ਆ, ਵਾਪਸ ਨਹੀਂ ਆਏ। A lot of people, when they came and their prayer been heard once, and sometimes after the prayer been heard, they leave, they don't come back. ਜੇ ਇਸ ਟਾਈਮ ਦੁੱਖ ਆਪਾਂ ਨੂੰ ਸਤਾ ਰਹੇ ਆ ਜਾਂ ਆਪਾਂ ਕਿਸੇ ਪਰਤਾਵੇ ਦੇ ਵਿੱਚ ਦੀ ਗੁਜ਼ਰ ਰਹੇ ਆ, ਤਾਂ ਇਹ ਸਮਝੋ ਕਿ ਪਰਮੇਸ਼ਰ ਸਾਨੂੰ ਮਜ਼ਬੂਤ ਬਣਾ ਰਿਹਾ ਹੈ। And if we are in trouble times right now, in testing times, that means that God is making us strong. ਜਿਹੜਾ ਮਜ਼ਬੂਤ ਬਣ ਰਿਹਾ, ਉੱਥੋਂ ਆਪਾਂ ਨੂੰ ਪਤਾ ਲੱਗਦਾ ਕਿ ਉਹ ਜਿਹੜੇ ਚਰਚ ਦੇ ਵਿੱਚ ਰੂਹ ਦੇ ਲੋਕ ਆ, ਉਹਨਾਂ ਦੇ ਨਾਲ ਰਲ ਕੇ ਸੇਵਾ ਦੇ ਵਿੱਚ ਆ ਜਾਂਦਾ ਆ। And how we know that we become strong? When there's a fellowship, so we all together, when the people, they're spiritual people, we all get together, and that's how we become, everybody is now serving. ਉਹ ਪਰਮੇਸ਼ਰ ਦੇ ਕੰਮਾਂ ਦੇ ਵਿੱਚ ਰੂਹਾਨੀ ਲੋਕਾਂ ਦੀ ਜਾਂ ਪਰਮੇਸ਼ਰ ਦੇ ਸੇਵਾਦਾਰਾਂ ਦੀ ਚਰਚ ਦੇ ਵਿੱਚ ਮਦਦ ਕਰਦਾ ਆ, ਖੁਦ ਵੀ ਤਕੜਾ ਹੁੰਦਾ ਤੇ ਉਹਨਾਂ ਨੂੰ ਵੀ ਤਕੜੇ ਰੱਖਦਾ ਆ। And then that person starts helping the person who are serving the Lord, and that way they are serving and they help the others to serve as well and keep them strong as well. ਤਾਂ ਜੋ ਅਸੀਂ ਦੂਜਿਆਂ ਨੂੰ ਵੀ ਹੈਲਪ ਕਰ ਸਕੀਏ, ਉਹਨਾਂ ਨੂੰ ਬਚਾ ਸਕੀਏ, ਪ੍ਰਾਰਥਨਾ ਕਰੀਏ, ਉੱਤਰ ਆ ਸਕਣ। ਆਪਾਂ ਅੱਜ ਇੱਦਾਂ ਹੀ ਬੈਠੇ ਆ। And this is how then we can help each other, help others in prayers, and this is how we are all staying because we're doing it all together. ਮੇਰਾ ਫੇਵਰੇਟ ਵਰਸ ਆ, ਮੇਰਾ ਦੁੱਖ ਮੇਰੇ ਲਈ ਭਲਾ ਸਿੱਧ ਹੋਇਆ ਕਿ ਮੈਂ ਤੇਰੀਆਂ ਵਿਧੀਆਂ ਦੀ ਪਾਲਣਾ ਕਰਨੀ ਸਿੱਖੀ। ਇਹ ਆਪਣਾ ਸਾਰਿਆਂ ਦਾ ਹੀ ਆ। Amen. Hallelujah. ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਆ। ਫਿਰ ਜਿਹੜੀਆਂ ਡਾਹਣੀਆਂ, ਜਿਹੜੇ ਲੋਕ ਕਮਜ਼ੋਰ ਆ, ਉਹ ਕੀ ਕਰਦੇ ਆ, ਉਹ ਬਾਹਰ ਜਾ ਕੇ ਦੂਜਿਆਂ ਲੋਕਾਂ ਦੇ ਇਨਫਲੂਐਂਸ ਦੇ ਨਾਲ ਉਹ ਸੁੱਕ ਜਾਂਦੇ, ਸੜ ਜਾਂਦੇ ਆ, ਉਹ ਚਲੇ ਜਾਂਦੇ ਆ, ਉਹ ਕੱਟ ਦਿੱਤੇ ਜਾਂਦੇ, ਉਹ ਨਿਕਲ ਜਾਂਦੇ ਵਿੱਚੋਂ ਚਰਚ ਦਿਓ। And sometimes when the people who are weak, sometimes when they leave and then they go out there and they vanish. ਜਿਸ ਤਰ੍ਹਾਂ ਮੱਤੀ 3:10 'ਚ ਲਿਖਿਆ, ਜਿਹੜਾ ਰੁੱਖ ਫਲ ਨਹੀਂ ਦਿੰਦਾ ਵੱਢਿਆ ਜਾਵੇਗਾ ਅਤੇ ਅੱਗ ਵਿੱਚ ਸੁੱਟ ਦਿੱਤਾ ਜਾਵੇਗਾ। And just like in the Bible it says that the ones who don't give fruit, they will be those branches, they will be thrown into fire. ਹਾਲੇਲੂਇਆ। ਹਾਲੇਲੂਇਆ। ਆਪਾਂ ਪੜ੍ਹਦੇ ਹਾਂ ਮੱਤੀ 3:10 ਤੇ 12 ਪੜ੍ਹਦੇ ਹਾਂ, ਰੁੱਖਾਂ ਨੂੰ ਵੱਢਣ ਦੇ ਲਈ ਕੁਹਾੜੀ ਤਿਆਰ ਹੈ, ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ ਜੜ ਤੋਂ ਵੱਢ ਦਿੱਤਾ ਜਾਂਦਾ ਹੈ। ਇਦਾਂ ਹੀ ਹੁੰਦਾ ਆ, ਫਾਰਮਰ ਵੀ ਇਦਾਂ ਹੀ ਕਰਦਾ, ਜਿਹੜਾ ਰੁੱਖ ਫਲ ਨਹੀਂ ਦਿੰਦਾ ਉਹਨੂੰ ਵੱਢ ਦਿੰਦਾ, ਕਹਿੰਦਾ ਇਹ ਕੰਮ ਦਾ ਨਹੀਂਗਾ, ਉਹ ਤਾਂ ਹੈ ਹੀ ਪਰਮੇਸ਼ਰ ਆ। And this is what the farmers do too. If the plant or tree doesn't give fruit, they actually root it from the root, they take it out. ਯੋਹੰਨਾ ਕਹਿੰਦਾ, ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੰਦਾ ਆ ਕਿ ਤੁਸੀਂ ਆਪਣੇ ਬੁਰੇ ਕੰਮਾਂ ਨੂੰ ਛੱਡ ਦਿੱਤਾ ਆ, ਪਰ ਜਿਹੜਾ ਮੇਰੇ ਪਿੱਛੇ ਆਉਣ ਵਾਲਾ ਆ ਉਹ ਤੁਹਾਨੂੰ ਅੱਗ ਨਾਲ ਪਵਿੱਤਰ ਆਤਮਾ ਨਾਲ ਬਪਤਿਸਮਾ ਦਊਗਾ। ਤੇ ਕਹਿੰਦਾ ਕਿ ਉਹਦਾ ਛੱਜ ਉਹਨਾਂ ਦੇ ਹੱਥ ਵਿੱਚ ਹੈ, ਉਹ ਦਾਣਿਆਂ ਨੂੰ ਕੋਠੀਆਂ ਵਿੱਚ ਭਰ ਲੈਣਗੇ, ਪਰ ਤੂੜੀ ਨੂੰ ਨਾ ਬੁਝਣ ਵਾਲੀ ਅੱਗ ਵਿੱਚ ਸਿੱਟ ਦੇਣਗੇ। ਹਾਲੇਲੂਇਆ। ਆਪਾਂ ਅੰਗੂਰ ਦੀ ਵੇਲ ਤਾਂ ਪੜ੍ਹ ਲਈਦਾ ਆ ਕਿ ਅਸੀਂ ਉਹਦੀਆਂ ਟਾਹਣੀਆਂ ਸਾਨੂੰ ਅੰਗੂਰ, ਪਰ ਅੱਗੇ ਕੀ ਕਹਿੰਦਾ ਵਚਨ? And sometimes we do read the portion of the vine, but we don't read the portion that it says ਹੁਣ further. ਆਪਾਂ ਕਹਿੰਦੇ ਕਿ ਅੱਗ ਕੀ ਆ, ਹਨਾ?
ਸ਼ਾਖਾ ਕੀ ਆ And when we talk about what is the fire ਜੋ ਸੁੱਕ ਜਾਂਦੀ ਆ, and the branch when it dries up, ਇੱਥੇ ਆਪਣੇ ਲਈ ਇੱਕ ਚੇਤਾਵਨੀ ਆ, ਵਾਰਨਿੰਗ ਆ, ਬਿਲਕੁਲ ਸਪਸ਼ਟ ਆ, ਬੇਕਾਰ ਸ਼ਾਖਾ ਨਾ ਬਣੀਏ, ਫਲਦਾਰ ਬਣੀਏ। and this is so clear, this is our warning for us that we need to make sure that we are not that branch that doesn't give fruit. ਕੀ ਲੱਗਦਾ ਆ ਕਿ ਆਪਾਂ ਮੁਕਤੀ ਗਵਾ ਸਕਦੇ ਹਾਂ? Is it possible that we can lose salvation? ਇੱਥੇ ਆਪਾਂ ਸਾਰੇ ਜਾਣੇ ਸੋਚ 'ਚ ਪੈ ਜਾਂਦੇ ਆ। And this is when we all start thinking. ਵਚਨ 'ਚ ਲਿਖਿਆ ਜਿਹੜੀਆਂ ਟਾਹਣੀਆਂ ਫਲ ਨਹੀਂ ਦਿੰਦੀਆਂ ਉਹ ਕੱਟ ਦਿੱਤੀਆਂ ਜਾਣੀਆਂ ਆ। And the word says the branches don't give fruit, they can be cut off. ਉਹੀ ਗੱਲ ਜਿਹੜੀ ਕਹਿੰਦੀ ਕਿ ਉਹ ਬੱਕਰੀਆਂ ਵਾਂਗੂ ਹੁੰਦੇ ਆ, ਉਹ ਬਚਾਏ ਜਾਪਦੇ ਆ। ਕੁਝ ਵਿਸ਼ਵਾਸੀ ਜਿਹੜੇ ਆ ਉਹ ਪਰਮੇਸ਼ਰ ਦੇ ਨਾਲ ਦਿਲ ਤੋਂ ਵਿਸ਼ਵਾਸ ਦੇ ਨਾਲ ਜੁੜੇ ਹੋਏ ਆ। ਕੁਝ ਵਿਸ਼ਵਾਸੀ ਜਿਹੜੇ ਆਪਣੇ ਫਾਇਦੇ ਲਈ ਹੀ ਆਏ ਆ, ਜਿੱਦਾਂ ਆਪਾਂ ਪਹਿਲਾਂ ਜਾਂਦੇ ਹੁੰਦੇ ਸੀ। And just like it says in the word that some believers, they are wholeheartedly together with the church, and some believers, they just come just to see what's going on, just like probably we were in the beginning when we first started come to the church. ਜਿੱਦਾਂ ਵਚਨ 'ਚ ਲਿਖਿਆ ਸੱਦੇ ਹੋਏ ਤਾਂ ਬਹੁਤ ਆ, ਪਰ ਚੁਣੇ ਹੋਏ ਥੋੜੇ ਆ। Called, or many are called, but few are chosen. ਅਸਲੀ ਵੇਲ ਵਾਲੇ ਜਿਹੜੇ ਵਿਸ਼ਵਾਸੀ ਆ ਉਹ ਫਲਦਾਰ ਹੁੰਦੇ ਆ। And the ones who are truly with the vine are. ਪਰਮੇਸ਼ਰ ਇੱਥੇ ਇੱਕ ਦਰਸ਼ਕ ਨਹੀਂਗਾ, ਉਹ ਇੱਕ ਮਾਲੀ ਆ। And here he's not just he's actually a gardener. Lord is just actually ਜਿੱਦਾਂ a ਮਾਲੀ gardener. ਗਾਰਡਨ ਨਾਲ ਜੁੜਿਆ ਹੋਇਆ, ਰਾਤ ਦਿਨ ਉਹਨੂੰ ਦੇਖਦਾ ਆ, ਪਰਮੇਸ਼ਰ ਆਪਾਂ ਨੂੰ ਦੇਖਦਾ ਆ। And just like God is the gardener is day and night together and taking care of the garden, just that way God is watching over us day and night. ਹਰ ਇੱਕ ਚੰਗਾ ਮਾਲੀ ਜਿਹੜਾ ਆ ਉਹ ਪ੍ਰੂਨਿੰਗ ਕਰਦਾ ਜ਼ਿਆਦਾ ਫਲ ਲੈਣ ਲਈ। And every good gardener, he does pruning definitely so he can have more fruit. ਹੁਣ ਗੁਲਾਬ ਦਾ ਪਲਾਂਟ ਆਪਾਂ ਦੇਖਦੇ ਆ, ਜਦੋਂ ਉਹਨੂੰ ਆਪਾਂ ਦੇਖਦੇ ਆ ਉਹ ਵੱਡਾ ਹੋਇਆ, ਮੈਂ ਸਿਸਟਰ ਜੀ ਕੇ ਘਰ ਲੱਗਿਆ ਦੇਖਿਆ, ਅੰਕਲ ਜੀ ਨੇ ਜਿਹੜੀ ਗੁਲਾਬ ਸੀ ਉਹਦੀ ਡਾਣੀ, ਤੇ ਉਹ ਕਾਫੀ ਭਰਿਆ ਹੋਇਆ ਆ, ਕਿਉਂਕਿ ਉਹਨੂੰ ਕੱਟਣਾ ਪੈਂਦਾ, ਉਹ ਤਾਂ ਵੱਧਦਾ ਸਾਈਡਾਂ ਤੋਂ। And the rose bush, when you prune it from the sides, that's when actually grows really big because you prune it from the sides. ਤੇ ਮੈਂ ਗੁਲਾਬ ਲਾਇਆ ਸੀ, ਤੇ ਮੈਂ ਕੀ ਕੀਤਾ, ਮੈਂ ਉਹਨੂੰ ਕੱਟਦੀ ਨਹੀਂ ਸੀ ਕਿਉਂਕਿ ਮੇਰਾ ਜੀ ਨਹੀਂ ਸੀ ਕਰਦਾ ਕੱਟਣ ਨੂੰ, ਤਾਂ ਮੇਰਾ ਗੁਲਾਬ ਇੱਕੋ ਹੀ ਡਾਣੀ ਸੁੱਕੀ ਗਈ। And I had only one kind of plant and I didn't prune it, so it was just only one branch and I didn't prune it, so it dried up. ਅੱਜ ਮੈਂ ਸੋਚਦੀ ਸੀ ਵੀ ਤਾਂ ਹੀ ਇਦਾਂ ਹੋਇਆ ਕਿ ਉਹ ਡਾਣੀ ਕੱਟਣ ਕਰਕੇ ਵਧੀ ਨਹੀਂ ਕਿਸੇ ਪਾਸੇ ਨੂੰ ਵੀ। Because I didn't prune it, it didn't grow anywhere. ਤੇ ਜਦੋਂ ਉਹਨੂੰ ਮੈਂ ਪਾਣੀ ਨਹੀਂ ਦਿੱਤਾ ਤੇ ਉਹ ਸੁੱਕ ਗਈ, ਤਾਂ ਉਹ ਮੈਨੂੰ ਬੜਾ ਦੁੱਖ ਲੱਗਾ। ਪਰ ਫਿਰ ਮੈਨੂੰ ਸਿਸਟਰ ਜੀ ਦੇ ਉਸ ਰੋਜ਼ ਦੀ ਯਾਦ ਆਈ ਕਿ ਉਹ ਤਾਂ ਹਰਿਆ ਭਰਿਆ, ਮਤਲਬ ਉਹਨਾਂ ਨੇ ਜ਼ਰੂਰ ਕੱਟਿਆ ਹੋਣਾ। And then that the plant that we have at our house, because my dad put it, he used to prune it, so it's a full plant, and so dad pruned it, so that's how it's ਤੇ ਇੱਥੇ ਸਾਨੂੰ ਪਰਮੇਸ਼ਰ ਕਿੱਦਾਂ ਪ੍ਰੂਨਿੰਗ ਕਰਦਾ ਆ, ਸਾਡੇ ਵਿਸ਼ਵਾਸ ਨੂੰ ਚੈੱਕ ਕਰਦਾ ਆ ਜਦੋਂ ਅਸੀਂ ਪਰਤਾਏ ਜਾਂਦੇ ਆ। And how God prunes us, he checks our faith. ਜਿਹੜੇ ਪਿੱਛੇ ਚੱਲਦੇ ਆ ਉਹਨਾਂ ਨੂੰ ਪਤਾ ਆ ਕਿ ਰੋਜ਼ ਹੀ ਕੋਈ ਨਾ ਕੋਈ ਟੈਸਟ ਹੁੰਦਾ, ਬਾਰ-ਬਾਰ ਮਰਨਾ ਪੈਂਦਾ ਆ। And the ones who follow him, they know every day we have to die, every day we have to die. ਬਾਰ-ਬਾਰ ਝੁਕਣਾ ਪੈਂਦਾ ਆ। Every day we have to bow down. ਅੱਖਾਂ ਦੇ ਹੰਝੂ ਵੀ ਸੁੱਕ ਗਏ, ਰੋਣ ਵੀ ਨਹੀਂ ਆਉਂਦਾ। And now our tears are even dried up, we can't even cry anymore. ਜਿਹੜੀ ਅੰਦਰ ਸ਼ਕਤੀ ਆ ਉਹ ਕਹਿੰਦੀ ਬਣਿਆ ਰਹਿ, ਅੜਿਆ ਰਹਿ, ਖੜਿਆ ਰਹਿ, ਮੈਂ ਤੇਰੇ ਨਾਲ ਆ। And the power of Jesus is that in us it says, don't worry, stay strong, I am with you. ਨਾ ਉਹ ਮਰਜਾਉਣ ਦਿੰਦਾ, ਨਾ ਉਹ ਡਿੱਗਣ ਦਿੰਦਾ, ਨਾ ਉਹ ਅੱਕਣ ਦਿੰਦਾ, ਨਾ ਉਹ ਥੱਕਣ ਦਿੰਦਾ। And that power, it doesn't let us fall down, doesn't let us get tired. ਕਿਉਂਕਿ ਉਹ ਸਾਡੇ ਨਾਲ ਰਹਿੰਦਾ ਹੈ ਤੇ ਉਹ ਜਿੰਦਾ ਖੁਦਾ ਆ। ਹਾਲੇਲੂਇਆ। Because he is with us and he is a true living God. ਪਰਮੇਸ਼ਰ ਦਾ ਵਚਨ ਕਹਿੰਦਾ ਜੇਕਰ ਪਰਤਾਵਿਆਂ ਦੇ ਕਾਰਨ ਤੁਹਾਨੂੰ ਦੁੱਖ ਸਹਿਣਾ ਪਵੇ ਤਾਂ ਤੁਸੀਂ ਆਪਣੇ ਆਪ ਨੂੰ ਧੰਨ ਸਮਝੋ। The word says that if because of the trials that you have to bear the trials, feel that you are a blessed one. ਹਾਲੇਲੂਇਆ। ਰੋਮਨ 5 ਦਾ ਆਪਾਂ 3 ਤੇ 5 ਪੜ੍ਹਦੇ ਹਾਂ। Romans 5:3-5.
ਹਾਲੇਲੂਇਆ। ਜਿਹੜੀਆਂ ਮੁਸੀਬਤਾਂ ਆ ਹਨਾ, ਇਹ ਸਾਡਾ ਵਿਸ਼ਵਾਸ ਵੀ ਵਧਾਉਂਦੀਆਂ, ਸਾਨੂੰ ਅੱਗੇ ਵਧਣ ਵਿੱਚ ਵੀ ਮਦਦ ਕਰਦੀਆਂ ਆ। And these trials actually help us grow our faith and help us to go forward as well. ਹਾਲੇਲੂਇਆ। 3 ਦੇ ਵਿੱਚ ਲਿਖਿਆ ਆ, ਕੇਵਲ ਇਸੇ ਦੇ ਲਈ ਹੀ ਨਹੀਂ ਸਗੋਂ ਆਪਣਿਆਂ ਹੋਣ ਦੇ ਦੁੱਖਾਂ ਲਈ ਵੀ ਖੁਸ਼ੀ ਮਨਾਈਏ, ਇਹ ਜਾਣਦੇ ਹੋਏ ਕਿ ਦੁੱਖ ਧੀਰਜ ਉਤਪੰਨ ਕਰਦੇ ਹਨ। ਧੀਰਜ ਤੋਂ ਸਾਡੇ ਵਿਸ਼ਵਾਸ ਦੀ ਮਜ਼ਬੂਤੀ ਦਾ ਸਬੂਤ ਮਿਲਦਾ ਹੈ, ਇਸ ਤੋਂ ਉਮੀਦ ਪੈਦਾ ਹੁੰਦੀ ਆ। ਧੀਰਜ ਦੁੱਖ 'ਚ, ਜੇ ਦੁੱਖ ਨਹੀਂ ਆਇਆ ਤਾਂ ਸਾਡੇ ਅੰਦਰ ਧੀਰਜ ਨਹੀਂ ਆਉਣੀ, ਇਹ ਦੇਖੀਏ। And if we don't have pain, then we won't have endurance. ਜੇ ਧੀਰਜ ਨਹੀਂ ਆਇਆ ਤਾਂ ਵਿਸ਼ਵਾਸ ਸਾਡਾ ਘੱਟ ਰਹਿ ਜਾਂਦਾ ਹੈ। And if we don't have endurance, then our faith will be lacking. ਕਹਿੰਦਾ ਇਹ ਉਮੀਦ ਸਾਨੂੰ ਬੇਉਮੀਦ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਦੁਆਰਾ ਜੋ ਸਾਨੂੰ ਮਿਲਿਆ ਹੈ, ਪਰਮੇਸ਼ਰ ਦਾ ਪਿਆਰ ਸਾਡੇ ਮਨਾਂ ਦੇ ਵਿੱਚ ਭਰ ਦਿੱਤਾ ਗਿਆ ਹੈ। ਪਰ ਇੱਥੇ ਆਪਾਂ ਦੇਖਦੇ ਹਾਂ ਕਿ ਅਸੀਂ ਬੇਉਮੀਦ ਕਿਉਂ ਨਹੀਂ ਹੁੰਦੇ ਪਰਤਾਵਿਆਂ ਦੇ ਵਿੱਚ, ਕਿਉਂਕਿ ਜਿਹੜਾ ਪਵਿੱਤਰ ਆਤਮਾ ਸਾਡੇ ਅੰਦਰ ਆ, ਉਹ ਸਾਨੂੰ ਦੁੱਖਾਂ ਦੇ ਵਿੱਚ ਗਿਵ ਅਪ ਨਹੀਂ ਕਰਨ ਦਿੰਦਾ। And why don't we give up is because the Holy Spirit that is in us in the trial times, it doesn't let us give up. ਤੇ ਅਸੀਂ ਦੁੱਖਾਂ ਦੇ ਵਿੱਚ ਹੀ ਅਸੀਂ ਛਾਂਟੇ ਜਾਂਦੇ ਹਾਂ। And this is in the trial times that we are being pruned. ਅਸੀਂ ਲੋੜਵੰਦ ਹੁੰਦੇ ਹਾਂ, And this is when we are ਅਸੀਂ needy. ਡਿਪੈਂਡ ਹੁੰਦੇ ਹਾਂ ਯਿਸੂ ਮਸੀਹ ਤੇ ਬੇਲ This ਤੇ। is when we are depending on Lord ਤੇ ਜਦੋਂ ਅਸੀਂ Jesus. ਉਹਦੇ ਵਿੱਚ ਬਣੇ ਰਹਿੰਦੇ ਆ ਤਾਂ ਉਹ ਸਾਨੂੰ ਸ਼ਕਤੀ ਦਿੰਦਾ ਆ। And when we stay put in Him, that's when He gives us strength. ਉਹ ਸਾਨੂੰ ਸਹਿਣ ਦੀ ਸ਼ਕਤੀ ਵੀ ਦਿੰਦਾ, ਉਹ ਸਾਨੂੰ ਭੈਣਾਂ ਭਰਾਵਾਂ ਦੇ ਪਿਆਰ ਦੇ ਨਾਲ ਸੰਭਾਲਦਾ ਵੀ ਆ, ਤੇ ਉਹ ਸਾਨੂੰ ਖੜੇ ਵੀ ਰੱਖਦਾ, ਡਿੱਗਣ ਵੀ ਨਹੀਂ ਦਿੰਦਾ। And that's when He keeps us strong and He helps us with the love of each other in the church, with the believers. ਤੁਹਾਡੇ ਸਾਰਿਆਂ ਨਾਲ ਵੀ ਹੋਇਆ ਹੋਣਾ ਕਿ ਰਿਸ਼ਤੇਦਾਰ ਕਹਿੰਦੇ ਹੋਣੇ, ਐਸ ਕਰਕੇ ਤੁਸੀਂ ਆਏ ਸੀ, ਆਹ ਤਾਂ ਤੁਹਾਡੀ ਦੁਆ ਸੁਣੀ ਨਹੀਂ ਗਈ। And you probably all have this, that oh, you went to church for so and so reason and that never happened. ਅਸੀਂ ਮਤਲਬੀ ਆ, ਪਰ ਪਰਮੇਸ਼ਰ ਤਾਂ ਮਤਲਬੀ ਨਹੀਂਗਾ। Yes, it is possible. We are selfish, but God is not selfish. ਪਰਮੇਸ਼ਰ ਨੇ ਹੋਰਾਂ ਲੋਕਾਂ ਦੇ ਵਾਸਤੇ ਤੁਹਾਨੂੰ ਖੜੇ ਕੀਤਾ ਆ, ਪਰ ਕੀ ਉਹ ਭੁੱਲ ਗਿਆ ਕਿ ਤੁਸੀਂ ਕਿਹੜੀ ਦੁਆ ਦੇ ਲਈ ਆਈਆਂ, ਉਹਨੂੰ ਯਾਦ ਆ। We are here standing for other people. Do you think God actually forgot what is the reason why we came? ਉਹਨੂੰ ਸਭ ਯਾਦ ਆ, ਪਰ ਉਹਦਾ ਆਪਣਾ ਸਮਾਂ ਆ, ਉਹ ਸਾਨੂੰ ਤਿਆਰ ਕਰ ਰਿਹਾ, ਉਹ ਸਾਨੂੰ ਬਣਾ ਰਿਹਾ, ਉਹ ਸਾਨੂੰ ਚੈੱਕ ਕਰ ਰਿਹਾ, ਉਹ ਸਾਨੂੰ ਸੰਭਾਲ ਰਿਹਾ ਆ। Hallelujah. He remembers it all, but He is preparing us, He is checking us, He is getting us ready for it. ਉਹਨਾਂ ਵਿੱਚ ਇੱਕ ਮੈਂ ਆ। ਹਾਲੇਲੂਇਆ। And I am one of them. Hallelujah. ਚੰਗਾ ਕਰੇ ਜਾਂ ਨਾ ਕਰੇ, ਉਹ ਮੇਰਾ ਪਰਮੇਸ਼ਰ ਆ। Hallelujah. Either He heals me or not, but He is my God. ਹਰ ਵੇਲੇ ਉਹਦੇ ਵਿੱਚ ਆਨੰਦਿਤ ਰਹੋ, Always ਤਾਂ stay ਉਹ ਤੁਹਾਡੇ ਦਿਲ joyful. ਦੀ ਇੱਛਾ ਨੂੰ ਪੂਰਾ ਕਰੇਗਾ। Always stay joyful ਉਹ in Him. ਸਾਡਾ ਪਰਮੇਸ਼ਰ ਆ। He is ਹਾਲੇਲੂਇਆ। our God. ਪ੍ਰਭੂ ਦਾ Hallelujah. ਧੰਨਵਾਦ ਕਰਦੇ ਹਾਂ। We give thanks to ਪ੍ਰਕਾਸ਼ the ਦੀ Lord. ਪੋਥੀ ਦੇ 3:19 ਦੇ ਵਿੱਚ ਲਿਖਿਆ ਆ, ਜਿਹਨੂੰ ਉਹ ਪਿਆਰ ਕਰਦਾ ਉਹਨੂੰ ਝਿੜਕਦਾ ਤੇ ਸਜ਼ਾ ਦਿੰਦਾ ਆ। And it says in Revelation, the one who He loves, He rebukes that person. ਇੱਥੇ ਲੌਦੀਕੀਆ ਦੀ ਵਿਸ਼ਵਾਸ ਸੰਗਤ ਨੂੰ ਪ੍ਰਭੂ ਨੇ ਲਿਖਿਆ ਆ, ਮੈਂ ਜਿਸ ਨੂੰ ਪਿਆਰ ਕਰਦਾ ਹਾਂ ਉਸ ਨੂੰ ਝਿੜਕਦਾ ਅਤੇ ਸਜ਼ਾ ਦਿੰਦਾ ਹਾਂ, ਇਸ ਲਈ ਤੂੰ ਉਤਸ਼ਾਹੀ ਬਣ ਅਤੇ ਆਪਣੇ ਬੁਰੇ ਕੰਮਾਂ ਵੱਲੋਂ ਮੂੰਹ ਮੋੜ ਲੈ। It says that the ones I love, I give them punishment. That's why be encouraged and turn around from your bad deeds. ਹੁਣ ਆਪਾਂ ਕੀ ਦੇਖਣਾ, ਇੱਥੇ ਆਪਾਂ ਦੇਖਣਾ ਕਿ ਕਿਹੜੇ ਸਾਡੇ ਵਿੱਚ ਬੁਰਾਈਆਂ ਆ, ਕਿਹੜੀਆਂ ਕਮੀਆਂ ਆ ਜਿਹੜੀਆਂ ਅਸੀਂ ਅਜੇ ਨਹੀਂ ਛੱਡੀਆਂ, ਜੋ ਪਰਮੇਸ਼ਰ ਚਾਹੁੰਦਾ ਆ। And that's what we need to do. We need to see what are those bad deeds, bad things maybe still we have in us that God wants us to leave those, and we still have them in us. ਉਹਦੇ ਵਿੱਚ ਬਣੇ ਰਹਿਣਾ ਆ। We have to stay in ਇਹ Him. ਸਾਰੀ ਖੁਰਾਕ ਖਿੱਚਦੇ ਰਹਿਣਾ ਆ ਤਾਂ ਕਿ ਫਲਦਾਰ ਹੋਈਏ। So we have to still take all the nutritious fats from Him so we can bear fruit. ਹੁਣ ਸਾਨੂੰ ਸਟਰੈਂਥ ਕਿੱਥੋਂ ਮਿਲਦੀ? ਬਚਨਾਂ ਦੇ ਵਿੱਚ ਬਣ ਕੇ ਤੇ ਉਹਦੇ ਵਿੱਚ ਚੱਲ ਕੇ। But how we get the strength? We have to stay in the Word of God and walk on the Word.
ਹੁਣ ਆਪਾਂ ਸਾਰਿਆਂ ਨੇ ਐਕਸਪੀਰੀਅੰਸ ਕੀਤਾ, ਜਿਹੜਾ ਰੂਹ ਦਾ ਬੰਦਾ ਹੁੰਦਾ ਆ ਉਹਦੇ ਨਾਲ ਸਾਡਾ ਗੱਲ ਕਰਨੇ ਨੂੰ ਜੀ ਕਰਦਾ, ਉਹਦਾ ਸਾਡਾ ਚਿਹਰਾ ਦੇਖਣ ਨੂੰ ਜੀ ਕਰਦਾ ਆ, ਉਹਦੇ ਕੋਲ ਬਾਰ-ਬਾਰ ਜਾਣ ਨੂੰ ਜੀ ਕਰਦਾ ਆ, ਉਹਦੀਆਂ ਗੱਲਾਂ ਸੁਣਨ ਨੂੰ ਜੀ ਕਰਦਾ, ਉਹਦੇ ਵਚਨ ਸਾਨੂੰ ਚੰਗੇ ਲੱਗਦੇ ਆ। And we all know, we all seen, if the person is spiritual, we always want to talk to that person, we always want to listen to them, we always want to go visit them. ਇੱਥੇ ਯਾਦ ਰੱਖਿਓ, ਪਰਮੇਸ਼ਰ ਜਿਹੜਾ ਆ ਉਹਨੂੰ ਪਸੰਦ ਨਹੀਂ ਕਿ ਉਹ ਤੋਂ ਵੱਧ ਕੇ ਆਪਾਂ ਕਿਸੇ ਨੂੰ ਪਿਆਰ ਕਰੀਏ। And make sure God never wants you to love anyone more than Him. ਉਹ ਵੀ ਯਿਸੂ ਦੇ ਵਚਨਾਂ ਦੇ ਉੱਤੇ ਖੜਾ ਆ, ਤਾਂ ਕਰਕੇ ਉਹਨੂੰ ਇੱਜ਼ਤ ਮਾਣ ਮਿਲਦਾ। ਇਹ ਪਰਮੇਸ਼ਰ ਦੀ ਵਡਿਆਈ ਉਹਦੇ ਜੀਵਨ 'ਚ ਹੁੰਦੀ ਆ। And always make sure that because that person too is standing on the word of God, that's why that person is being respected. ਯੋਹੰਨਾ 17:17 ਦੇ ਵਿੱਚ ਲਿਖਿਆ, ਉਸ ਦਾ ਵਚਨ ਸੱਚ ਹੈ ਅਤੇ ਸਾਨੂੰ ਪਵਿੱਤਰ ਕਰਦਾ ਹੈ। And the word John 17:17 says His word is true, and that's why it makes us holy. ਪਹਿਲੇ ਯੋਹੰਨਾ ਦਾ 2:6 ਵਰਸ ਪੜਾਂਗੇ। 1 John 2:17 ਕਹਿੰਦਾ, ਜੋ ਕਹਿੰਦੇ ਹਨ ਕਿ ਉਹ ਮਸੀਹ ਵਿੱਚ ਰਹਿੰਦੇ ਹਨ, ਉਹਨਾਂ ਨੂੰ ਉਹੀ ਕਰਨਾ ਚਾਹੀਦਾ ਹੈ ਜੋ ਉਹ ਕਹਿੰਦਾ ਹੈ। And the ਹਾਲੇਲੂਇਆ। word says that the ones who say that they are in Christ, they should do what He says to do. ਕਿਉਂਕਿ ਪਹਿਲੇ ਯੋਹੰਨਾ ਦਾ 2:24 ਦੇ ਵਿੱਚ ਕੀ ਲਿਖਿਆ ਆ? ਉਸ ਨੇ ਕਿਹਾ, ਜੋ ਸਾਡੇ ਵਿੱਚ ਰਹਿੰਦਾ ਹੈ, ਜੋ ਸਾਡੇ ਵਿੱਚ ਰਹਿੰਦਾ ਹੈ, ਅਸੀਂ ਉਸ ਵਿੱਚ ਰਹਾਂਗੇ। ਪ੍ਰਭੂ ਯਿਸੂ ਮਸੀਹ ਨੇ ਕਿਹਾ ਆ ਕਿ ਜਿਹੜਾ ਮੇਰੇ ਤਾਂ ਪਿਤਾ ਦੇ ਵਿੱਚ ਰਹਿੰਦਾ ਆ, ਅਸੀਂ ਉਹਦੇ ਵਿੱਚ ਰਹਾਂਗੇ। And says you must remain faithful to what you have been taught from the beginning. ਜੇ ਯਿਸੂ ਮਸੀਹ 'ਚ ਰਹਿਣਾ ਚਾਹੁੰਦੇ ਆ ਆਪਾਂ, ਤਾਂ ਪ੍ਰਫੁੱਲਤ ਹੋਣਾ ਚਾਹੁੰਦੇ ਆ, ਸਾਨੂੰ ਉਹੀ ਕਰਨਾ ਚਾਹੀਦਾ ਜੋ ਵਚਨ ਕਹਿੰਦਾ ਆ। If we want to grow in the Lord, then we have to do what the word says to do. ਫਿਰ ਪਰਮੇਸ਼ਰ ਪਿਤਾ ਤੇ ਪੁੱਤਰ ਸਾਡੇ ਵਿੱਚ ਰਹਿੰਦੇ ਆ, And then the Lord Jesus, Father, Son, and the Holy Spirit is in us. ਤੇ ਫਿਰ ਅਸੀਂ ਫਰੂਟਫੁਲ ਹੋਵਾਂਗੇ। Then we will be fruitful. ਭੈਣੋ ਤੇ ਭਰਾਵੋ, ਆਪਾਂ ਵੀ ਇਨਸਾਨ ਆ, ਤੇ ਹਰ ਇੱਕ ਮਨੁੱਖ ਜੋ ਇਸ ਦੁਨੀਆ ਤੇ ਪਰਮੇਸ਼ਰ ਨੇ ਖੜਾ ਕੀਤਾ, ਉਹ ਵੀ ਇਨਸਾਨ ਆ। ਜੇ ਆਪਾਂ ਚਾਹੀਏ ਤੇ ਆਪਾਂ ਉਹ ਸਭ ਕੁਝ ਕਰ ਸਕਦੇ ਆ ਜੋ ਪ੍ਰਭੂ ਯਿਸੂ ਮਸੀਹ ਨੇ ਕਿਹਾ, ਤੁਸੀਂ ਮੇਰੇ ਤੋਂ ਵੀ ਵੱਡੇ ਵੱਡੇ ਕੰਮ ਕਰੋਗੇ। And we are humans too. The word says that Jesus actually said, bigger works than me you will do, and we can all do those big works as well. ਜਿਸ ਤਰ੍ਹਾਂ ਚੇਲੇ ਜਿਹੜੇ ਜਦੋਂ ਯਿਸੂ ਦੇ ਨਾਲ ਰਹਿੰਦੇ ਸੀ, Like disciples, when they used to stay with Lord Jesus. ਉਦੋਂ ਪ੍ਰਭੂ ਯਿਸੂ ਇਸ ਧਰਤੀ ਤੇ ਸੀ, ਚੇਲੇ ਉਹਨਾਂ ਦੇ ਨਾਲ ਰਹਿੰਦੇ ਸੀ ਤੇ ਉਹਨਾਂ ਦੀ ਸੰਗਤ ਦੇ ਵਿੱਚ ਰੰਗੇ ਗਏ ਸੀ। And Lord Jesus was here on this earth. Lord disciples were walking around with Him all the time, and disciples were doing those things what Jesus was doing. ਆਪਾਂ ਦੇਖਦੇ ਚੇਲਿਆਂ ਦੇ ਕਰਤੱਵ ਦੇ 4:13 ਦੇ ਵਿੱਚ ਲਿਖਿਆ ਆ, ਉਹ ਲੋਕੀ ਪਤਰਸ ਅਤੇ ਯੋਹੰਨਾ ਦੀ ਦਲੇਰੀ ਦੇਖ ਕੇ ਅਤੇ ਇਹ ਜਾਣ ਗਏ ਕਿ ਉਹ ਸਿੱਖਿਅਤ ਅਤੇ ਸਧਾਰਨ ਮਨੁੱਖ ਹਨ, ਹੈਰਾਨ ਰਹਿ ਗਏ, ਪਰ ਪਿੱਛੋਂ ਉਹਨਾਂ ਨੂੰ ਪਛਾਣ ਗਏ ਕਿ ਉਹ ਯਿਸੂ ਦੇ ਨਾਲ ਰਹਿ ਚੁੱਕੇ ਹਨ। So when it says in the word that Peter and John, when people saw Peter and John, and they saw the things that they were doing, but then they thought, okay, though they were with Jesus, so they knew that they were with Jesus, they did fellowship with Jesus. ਹੁਣ ਉਹਨਾਂ ਦੀ ਇੱਕ ਪਛਾਣ ਸੀ, And they had the people recognized ਕਿ them. ਯਿਸੂ ਦੇ ਨਾਲ ਰਹਿ ਚੁੱਕੇ। ਆਪਣੀ ਕੀ ਪਛਾਣ ਆ? That they had fellowship with Jesus. ਫਿਲਿੱਪੀਆਂ How people recognize us? ਫਿਲਿੱਪੀਆਂ 4:13 ਚ ਦੇਖਦੇ ਆ, ਅਸੀਂ ਉਸ ਦੁਆਰਾ ਸਭ ਕੁਝ ਕਰ ਸਕਦੇ ਹਾਂ। And Philippians 4 says that we can do everything in Him. ਆਪਣੇ ਆਪਣੇ ਨੂੰ ਕਹੋ, ਮੈਂ ਉਹਦੇ ਦੁਆਰਾ ਸਭ ਕੁਝ ਕਰ ਸਕਦਾ ਹਾਂ। ਹਾਲੇਲੂਇਆ। Let's say that to ourselves, that I can do everything in Christ. ਇੱਕ ਵਾਰ ਹੋਰ ਕਹੀਏ ਜ਼ੋਰ ਦੇ ਨਾਲ, ਮੈਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਸਭ ਕੁਝ ਕਰ ਸਕਦਾ ਹਾਂ। Let's say it out loud to ourselves. I can do everything in Christ. ਯੈਸ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰ। ਇਹ ਆ ਤਾਕਤ ਜਿਹੜੀ ਸਾਨੂੰ ਉਸ ਵੇਲ ਦੇ ਵਿੱਚੋਂ ਮਿਲਦੀ ਆ। ਵੀ ਕੈਨ ਡੂ ਐਵਰੀਥਿੰਗ ਇਨ ਕ੍ਰਾਈਸਟ। And this is the power that we can receive through that vine, that I can do everything in Christ. ਪੌਲੁਸ ਕਹਿੰਦਾ ਆ ਆਪਣੇ 4:13 ਦੇ ਵਿੱਚ, ਚੇਲਿਆਂ ਦੇ ਕਰਤੱਵ ਦੇ 4 ਕਹਿੰਦਾ, ਉਹਦੇ ਰਾਹੀਂ ਜੋ ਮੇਰੀ ਸ਼ਕਤੀ ਦਾ ਸੋਮਾ ਹੈ, ਮੈਂ ਹਰ ਅਵਸਥਾ ਵਿੱਚ ਰਹਿਣ ਦੀ ਸ਼ਕਤੀ ਰੱਖਦਾ ਹਾਂ। And Paul says that I can do everything in Christ, the one. ਤੇ ਪਰਮੇਸ਼ਰ ਦਾ ਵਚਨ ਕਹਿੰਦਾ ਆ, ਜਦੋਂ ਤੁਹਾਡੇ ਤੇ ਪਰਤਾਵੇ ਹੋਣ, ਤੁਸੀਂ ਘਬਰਾਵੋ ਨਾ।
ਕਿਉਂਕਿ ਉਹ ਸਾਨੂੰ ਉਹਨਾਂ ਦੁੱਖ ਨਹੀਂ ਦਊਗਾ ਜਿੰਨਾ ਅਸੀਂ ਸਹਿ ਨਾ ਸਕੀਏ। And the word of God says that when there's a trials on you, don't worry about it, because he will never give you so many trials that you cannot bear. ਹਾਲੇਲੂਇਆ। ਜਦੋਂ ਵੀ ਕਦੀ ਆਪਣੇ ਤੇ ਦੁੱਖਾਂ ਦਾ ਆਪਾਂ ਇਹ ਕਹੀਦਾ ਆ ਕਿ ਪ੍ਰਭੂ ਜੀ ਤੁਸੀਂ ਕਿਹਾ ਆ ਕਿ ਇੰਨਾ ਦੁੱਖ ਨਹੀਂ ਦੇਵਾਂਗਾ ਜਿਹੜਾ ਤੁਸੀਂ ਸਹਿ ਨਾ ਸਕੋ, ਫਿਰ ਮਨ ਦੇ ਵਿੱਚ ਪਵਿੱਤਰ ਆਤਮਾ ਪਾਉਂਦਾ ਆ ਮੈਂ ਤਕੜਾ ਆ, ਤਾਂ ਹੀ ਮੈਨੂੰ ਪ੍ਰਭੂ ਇੰਨਾ ਦੁੱਖ ਦੇ ਰਿਹਾ, ਮੈਂ ਤਕੜਾ ਆ, ਉਹਨੇ ਮੈਨੂੰ ਇਸਤੇਮਾਲ ਕਰਨਾ ਆ। A lot of times when the trials are coming on us, then we say to ourselves, Lord, you say that you will never give us that many trials or tough time that I cannot bear. Then you say to yourself, if God is giving me so many tough times, that means he wants to use me. So you say that to yourself, that God wants to use me, that yes, I am strong. ਹਾਲੇਲੂਇਆ। Hallelujah. ਹਾਲੇਲੂਇਆ। ਅਸੀਂ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। We give thanks to the Lord. Hallelujah. ਧੰਨਵਾਦ ਕਰਦੇ ਹਾਂ, ਪਰਮੇਸ਼ਰ ਦਾ ਸ਼ੁਕਰ ਕਰਦੇ ਹਾਂ। ਹਾਲੇਲੂਇਆ, ਹਾਲੇਲੂਇਆ। ਤੇ ਅਸਲੀ ਵਿਸ਼ਵਾਸੀ ਜਿਹੜੇ ਆ ਉਹ ਫਲਦਾਰ ਹੁੰਦੇ ਆ। And the true believers are the one give fruit. ਹਾਲੇਲੂਇਆ। ਮੁਸੀਬਤਾਂ ਪਰਤਾਵੇ ਆਪਾਂ ਦੇਖਿਆ ਕਿ ਇਹ ਸਾਡੇ ਤੇ ਆਉਣੇ ਹੀ ਆਉਣੇ ਆ, ਇਹ ਚੱਲਦੇ ਰਹਿਣੇ, ਆਉਂਦੇ ਰਹਿਣੇ, ਜਾਂਦੇ ਰਹਿਣੇ, ਇਹ ਸਾਨੂੰ ਮਜ਼ਬੂਤ ਬਣਾਉਂਦੇ ਰਹਿਣੇ, ਇਹਦੇ ਨਾਲ ਸਾਡੀ ਛਟਾਈ ਹੁੰਦੀ ਰਹਿਣੀ ਆ। And the trials will come, and yes, we will be pruned because of those trials. ਹਾਲੇਲੂਇਆ। ਹੁਣ ਆਪਾਂ ਟਾਹਣੀ ਨੂੰ ਦੇਖਦੇ ਹਾਂ ਕਿ ਟਾਹਣੀ ਦਾ ਮੁੱਢਲਾ ਫਰਜ਼ ਕੀ ਆ। And now we're gonna see the branch, that what is the responsibility of the branch. ਟਾਹਣੀ ਜਿਹੜੀ ਆ ਮਿੱਟੀ ਚੋਂ ਤਾਕਤ ਲੈ ਕੇ, ਮਿੱਟੀ ਚੋਂ ਬੇਲ ਚੋਂ ਤਾਕਤ ਲੈ ਕੇ ਫਰੂਟ ਪੈਦਾ ਕਰਦੀ ਆ। And the branch takes strength from the dirt and from the vine. ਤੇ ਹੁਣ ਆਪਾਂ ਬਚਨਾਂ ਤੋਂ ਚੱਲਣ ਤੋਂ ਬਿਨਾਂ ਤੇ ਪ੍ਰਾਰਥਨਾ ਤੋਂ ਬਿਨਾਂ ਇਹ ਤਾਕਤ ਨਹੀਂ ਪ੍ਰਾਪਤ ਕਰ And ਸਕਦੇ। we cannot take that strength without the word of God ਹਾਲੇਲੂਇਆ। and without prayer. ਸਾਨੂੰ ਹੁਣ ਫਲ ਦੇਣ ਵਾਸਤੇ ਆਪਣੇ ਆਪ ਨੂੰ ਰੂਹ ਦੇ ਵਿੱਚ ਵਧਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। To give fruit, we have to get strong in the spirit. ਜੇ ਨਹੀਂ ਤਾਂ ਕੋਈ ਨਤੀਜਾ ਨਹੀਂ ਨਿਕਲੂਗਾ। And if we don't do that, there will be no fruit. ਪਰਮੇਸ਼ਰ ਨੇ ਆਪਾਂ ਨੂੰ ਇੱਥੇ ਬੈਠਣ ਲਈ ਜਾਂ ਆਪਾਂ ਨੂੰ ਇੰਜੋਏ ਕਰਨ ਲਈ ਨਹੀਂ, ਬਲਕਿ ਉਹਨੇ ਆਪਣੇ ਕੰਮਾਂ ਦੇ ਵਾਸਤੇ ਇੱਥੇ ਬਿਠਾਇਆ ਆ। We are not here only just to sit here or enjoy it. No, we are here sitting to do his works. ਹਾਲੇਲੂਇਆ। Amen. ਆਪਾਂ ਦੇਖਦੇ ਪਹਿਲੇ ਯੋਹੰਨਾ ਦਾ 2:6 ਐਂਡ 24ਵਾਂ ਦੂਜੇ ਦਾ 6ਵਾਂ ਵਰਸ ਤੇ 24ਵਾਂ ਵਰਸ ਦੇਖਦੇ ਆ। ਕਹਿੰਦਾ ਉਹ ਆਦਮੀ ਜੋ ਕਹਿੰਦਾ ਹੈ ਮੈਂ ਉਸ ਦੀ ਸੰਗਤ ਵਿੱਚ ਰਹਿ ਰਿਹਾ ਹਾਂ, ਉਸ ਲਈ ਇਹ ਜ਼ਰੂਰੀ ਹੈ ਕਿ ਉਸੇ ਤਰ੍ਹਾਂ ਦਾ ਜੀਵਨ ਗੁਜ਼ਾਰੇ। ਆਪਾਂ ਪਰਮੇਸ਼ਰ ਦੀ ਸੰਗਤ ਦੇ ਵਿੱਚ ਰਹਿੰਦੇ ਆ। ਹੁਣ ਆਪਣੇ ਲਈ ਕਿੰਨਾ ਜ਼ਰੂਰੀ ਆ ਕਿ ਆਪਾਂ ਜੀਵਨ ਵੀ ਪਰਮੇਸ਼ਰ ਦੇ ਵਚਨਾਂ ਮੁਤਾਬਕ ਗੁਜ਼ਾਰੀਏ। Those who say I live in God should live in the life in Christ. ਜਿਸ ਤਰ੍ਹਾਂ ਯਿਸੂ ਮਸੀਹ ਨੇ ਗੁਜ਼ਾਰਿਆ, ਇਸ ਲਈ ਜੋ ਕੁਝ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਉਸ ਤੇ ਚੱਲੋ। ਜੇਕਰ ਤੁਸੀਂ ਉਸ ਤੇ ਜੋ ਕੁਝ ਵੀ ਤੁਸੀਂ ਸ਼ੁਰੂ ਤੋਂ ਸੁਣਿਆ ਹੈ ਚੱਲਦੇ ਹੋ ਤਾਂ ਤੁਸੀਂ ਪੁੱਤਰ ਅਤੇ ਪਿਤਾ ਦੀ ਸੰਗਤ ਵਿੱਚ ਹੋ। ਫਿਰ ਕੀ ਆ? ਆਪਾਂ ਪੁੱਤਰ ਆ ਤੇ ਪਿਤਾ ਦੀ ਸੰਗਤ ਵਿੱਚ ਆ, ਪਵਿੱਤਰ ਆਤਮਾ ਦੀ ਸੰਗਤ ਦੇ ਵਿੱਚ ਆ ਤੇ ਪਰਮੇਸ਼ਰ ਦੇ ਪੁੱਤਰ ਆ। ਪ੍ਰਭੂ ਯਿਸੂ ਨੇ ਸਾਨੂੰ ਭੈਣ ਤੇ ਭਰਾ ਕਿਹਾ ਆ। And so then what we are his children, and Jesus, Lord Jesus, his brothers and sisters, he had called us. ਹਾਲੇਲੂਇਆ। ਹੁਣ ਆਪਾਂ ਦੇਖਦੇ ਆ ਜਦੋਂ ਮਾਲੀ ਜਿਹੜਾ ਆ, ਪਰਮੇਸ਼ਰ ਪਿਤਾ ਜਿਹੜਾ ਆ, ਇਹ ਵੀ ਇੱਕ ਆਪਣੇ ਵਿੱਚ ਫਰੂਟ ਹੋਣਾ ਚਾਹੀਦਾ ਕਿ ਜਦੋਂ ਅਸੀਂ ਕੋਈ ਕੰਮ ਕਰਦੇ ਆ ਜਾਂ ਪਰਮੇਸ਼ਰ ਦਾ ਨਾਂ ਕਿਸੇ ਨੂੰ ਦੱਸਦੇ ਜਾਂ ਕਿਤੇ ਪਰਮੇਸ਼ਰ ਸਾਨੂੰ ਇਸਤੇਮਾਲ ਕਰਦਾ ਆ। And the another thing is when God is using us or we are sharing the word of God anywhere. ਤੇ ਉਦੋਂ ਆਪਾਂ ਹੁਣ ਜਿੱਦਾਂ ਬੇਲ ਦੇ ਬਾਰੇ ਦੇਖਦੇ ਸੀ, ਜਿਹੜਾ ਬੇਲ ਤੋਂ ਫਲ ਆਉਂਦਾ ਆ ਉਹਦੀ ਮਹਿਮਾ ਕਿਹਨੂੰ ਜਾਣੀ ਚਾਹੀਦੀ ਹੈ? And when we get the fruit from the vine, so who should get the praise for it? ਟਹਿਣੀਆਂ ਨੂੰ ਚਾਹੀਦੀ ਆ? Are the branches who receive the praise? ਬੇਲ ਨੂੰ ਚਾਹੀਦੀ ਆ? Is the vine who receives it? ਮਾਲੀ ਨੂੰ ਚਾਹੀਦੀ ਆ। Is the gardener who's working ਹਾਲੇਲੂਇਆ। for it? ਪਿਤਾ ਮਾਲੀ ਆ। The father is the gardener. ਹਾਲੇਲੂਇਆ। ਪ੍ਰਭੂ ਦੇ ਵਚਨ ਜਿਹੜੇ ਅੰਗੂਰਾਂ ਦੀ ਵੇਲ ਆ। And the word is the vine. ਹਾਲੇਲੂਇਆ। ਇਸ ਕਰਕੇ ਜਦੋਂ ਵੀ ਪਰਮੇਸ਼ਰ ਦਾ ਕੋਈ ਕੰਮ ਹੁੰਦਾ ਆ, ਸਾਰੀ ਮਹਿਮਾ ਪਰਮੇਸ਼ਰ ਨੂੰ ਦੇਣੀ ਆ। And whenever there is any work that is done, we have to give all the praise to the Lord. ਤੇ ਮਾਲੀ ਜਿਹੜਾ ਆ, ਪ੍ਰਭੂ ਯਿਸੂ ਮਸੀਹ ਸਾਡੀ ਰੱਖਿਆ ਕਰਦਾ ਆ, ਸਾਨੂੰ ਉਹ
ਗਾਈਡ ਕਰਦਾ ਆ ਸਾਨੂੰ, ਉਹ ਬਚਨਾਂ ਦੇ ਰਾਹੀਂ, ਪਵਿੱਤਰ ਆਤਮਾ ਦੇ ਰਾਹੀਂ, ਸੰਗਤ ਦੇ ਰਾਹੀਂ ਸਾਨੂੰ ਤਕੜਾ ਕਰਦਾ ਆ ਪਰਮੇਸ਼ਰ। And Lord Jesus gives us the guidance. He guides us, He strengthens us through the Word of God ਤਾਂ ਜੋ ਅਸੀਂ ਬਹੁਤਾ ਫਲ ਦੇ ਸਕੀਏ so that we can be more fruitful. ਤੇ ਸਾਰੀ ਮਹਿਮਾ ਪਰਮੇਸ਼ਰ ਪਿਤਾ ਨੂੰ ਦੇਣੀ ਹੈ। And we give all the praise to our Father. ਹਾਲੇਲੂਇਆ। ਕਿਉਂਕਿ ਮਾਲੀ ਜਿਹੜਾ ਆ, ਮਾਲੀ ਸਾਰਾ ਕੁਝ ਕਰਦਾ। ਜੇ ਮਾਲੀ ਨਾ ਹੁੰਦਾ ਤੇ ਫਿਰ ਕੌਣ ਸਾਨੂੰ, ਅਸੀਂ ਇੱਥੇ ਨਹੀਂ ਹੁੰਦੇ ਅੱਜ। And if the gardener wasn't there, so there's nobody to take care of everything. ਹਾਲੇਲੂਇਆ। ਸਾਰੀ ਮਹਿਮਾ ਪ੍ਰਭੂ ਯਿਸੂ ਮਸੀਹ ਦੇ ਨਾਮ ਨੂੰ ਦਿੰਨੇ ਆ। ਆਪਾਂ ਸਾਰੇ ਜਾਣੇ, ਕਿੰਨੇ ਜਾਣੇ ਅੱਜ ਚਾਹੁੰਦੇ ਆ ਕਿ ਅਸੀਂ ਫਲਦਾਰ ਹੋਈਏ। And we give all the praise to Lord Jesus. How many wants to be fruitful? ਹਾਲੇਲੂਇਆ। ਇਹ ਨਾ ਸੋਚੋ ਬੀਬੀ ਕਿ ਬਜ਼ੁਰਗ ਆ ਬੀਬੀਓ ਅਸੀਂ ਨਹੀਂ ਕਰ ਸਕਦੇ, ਆਪਾਂ ਸਾਰੇ ਫਲਦਾਰ ਹੋ ਸਕਦੇ ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ। And don't think of your age or how old or young you are. Everybody can be fruitful. ਹਾਲੇਲੂਇਆ। ਆਪਣੇ ਮਨਾਂ ਦੇ ਨਾਲ ਜਦੋਂ ਆਪਾਂ ਤਿਆਰ ਆ, ਪਰਮੇਸ਼ਰ ਕਹਿੰਦਾ ਜਿੱਦਾਂ ਦਾ ਤੇਰਾ ਮਨ ਆ, ਵਿਸ਼ਵਾਸ ਆ, ਉਦਾਂ ਹੀ ਤੇਰੇ ਨਾਲ ਹੋ ਜਾਊਗਾ। And the word says that whatever faith you have, that will happen with you. ਆਪਾਂ ਆਪਣੇ ਮਨਾਂ ਦੇ ਵਿੱਚ ਵਿਸ਼ਵਾਸ ਲਿਆਈਏ ਤੇ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰੀਏ, ਆਪਣੀ ਆਪਣੀ ਜਗ੍ਹਾ ਤੇ ਖੜੇ ਹੋਈਏ। And let's just stand up on your spot and have faith in your heart that yes, you can do it. ਹਾਲੇਲੂਇਆ। ਪਰਮੇਸ਼ਰ ਦਾ ਧੰਨਵਾਦ ਕਰਦੇ ਕਿ ਪਰਮੇਸ਼ਰ ਸਾਨੂੰ ਆਪਣੇ ਯੋਗ ਬਣਾਵੇ। And let's pray today to the Lord so He can use us. ਹਾਲੇਲੂਇਆ, ਹਾਲੇਲੂਇਆ। ਧੰਨਵਾਦ ਕਰਦੇ ਪ੍ਰਭੂ ਜੀ, ਅੱਜ ਸਾਡੀ ਮਦਦ ਕਰੋ ਖੁਦਾਵੰਦ ਯਿਸੂ ਨਾਮ ਦੇ ਵਿੱਚ। ਪਾਕਰੋ ਆਓ, ਇੱਕ ਇੱਕ ਭੈਣ ਭਰਾ ਨੂੰ ਛੂ ਲਓ, ਇੱਕ ਇੱਕ ਨੂੰ ਪ੍ਰਭੂ ਜੀ ਆਪਣੇ ਵਾਸਤੇ ਇਹਨਾਂ ਨੂੰ ਖੜੇ ਕਰੋ, ਮਜ਼ਬੂਤ ਕਰੋ। Yes, Lord. ਯਿਸੂ ਮਸੀਹ ਦੇ ਨਾਮ ਦੇ ਵਿੱਚ ਪ੍ਰਭੂ ਜੀ ਅਸੀਂ ਅੱਜ ਤੁਹਾਡੇ ਅੱਗੇ ਆਪਣੇ ਗਲਤੀਆਂ ਗੁਨਾਹਾਂ ਦੀ ਮਾਫੀ ਮੰਗਦੇ ਹਾਂ। Yes, Lord. Yes. ਕਿਉਂਕਿ ਪ੍ਰਭੂ ਜੀ ਤੇਰਾ ਵਚਨ ਜੋ ਸਾਨੂੰ ਦੱਸਦਾ ਸਾਨੂੰ ਕਈ ਵਾਰ ਸਮਝ ਨਹੀਂ ਲੱਗਦੀ ਪ੍ਰਭੂ ਜੀ, ਕਿਉਂਕਿ ਅਸੀਂ ਇਨਸਾਨ ਆ, ਅਸੀਂ ਇਸ ਧਰਤੀ ਤੇ ਰਹਿੰਦੇ ਆ। ਕਿਉਂਕਿ ਧਰਤੀ ਦਾ ਤਾਂ ਪ੍ਰਭੂ ਜੀ ਤੇਰੇ ਕੰਮਾਂ ਦਾ ਬਹੁਤ ਫਰਕ ਆ। ਅੱਜ ਪ੍ਰਭੂ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਤੁਹਾਡੇ ਚਰਨਾਂ 'ਚ ਲੈ ਕੇ ਆਉਂਦੀ ਆ ਔਰ ਸਾਰੇ ਆਪਣੇ ਕਲੀਸਿਆ ਨੂੰ ਪ੍ਰਭੂ ਜੀ ਤੁਹਾਡੇ ਚਰਨਾਂ 'ਚ ਦਿੰਨੇ ਆ। ਅਸੀਂ ਸਾਰੇ ਇੱਕ ਮਨ ਇੱਕ ਚਿੱਤ ਹੋ ਕੇ ਅੱਜ ਪ੍ਰਭੂ ਜੀ ਤੇ ਆਪਣੇ ਹੱਥਾਂ ਨੂੰ ਤੇਰੇ ਸਵਰਗ ਵੱਲ ਚੱਕਦੇ ਆ ਜਿੱਥੋਂ ਸਾਡੀ ਮਦਦ ਆਉਂਦੀ ਆ। ਪਵਿੱਤਰ ਆਤਮਾ ਜੀਓ ਸਾਡੀ ਮਦਦ ਕਰੋ। ਅੱਜ ਅਸੀਂ ਰਿਵਾਈਵਲ ਪੰਜਾਬੀ ਚਰਚ ਇੱਕ ਮਨ ਇੱਕ ਚਿੱਤ ਹੋ ਕੇ, ਕਿਉਂਕਿ ਤੁਹਾਡਾ ਵਚਨ ਕਹਿੰਦਾ ਆ ਜਿੱਥੇ ਭਰਾ ਇੱਕ ਮਨ ਹੋ ਕੇ ਬਹਿੰਦੇ ਆ ਉੱਥੇ ਤੁਸੀਂ ਆਪਣਾ ਅਭਿਸ਼ੇਕ ਡੋਲਦੇ ਆ। ਹਾਲੇਲੂਇਆ। ਅੱਜ ਅਸੀਂ ਪ੍ਰਭੂ ਜੀ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਜੀ ਅਸੀਂ ਤੇਰੇ ਚਰਨਾਂ 'ਚ ਝੁਕ ਜਾਂਦੇ ਆ ਤੇ ਪ੍ਰਭੂ ਜੀ ਤੇਰਾ ਅਭਿਸ਼ੇਕ ਇਸ ਜਗ੍ਹਾ ਦੇ ਉੱਤੇ ਪ੍ਰਭੂ ਜੀ ਡੁੱਲ ਜਾਵੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਇੱਕ ਇੱਕ ਨੂੰ ਅੱਜ ਆਪਣੇ ਮੱਸਾ ਨਾ ਭਰ ਦਿਓ, ਇੱਕ ਇੱਕ ਨੂੰ ਅੱਜ ਆਪਣੀ ਰੂਹ ਨਾ ਭਰ ਦਿਓ, ਇੱਕ ਇੱਕ ਨੂੰ ਆਪਣੀ ਆਗਿਆਕਾਰੀ 'ਚ ਲੈ ਆਓ ਪ੍ਰਭੂ ਜੀ। ਇੱਕ ਇੱਕ ਨੂੰ ਆਪਣੇ ਡਰ ਦੇ ਵਿੱਚ ਲੈ ਆਓ, ਕਿਉਂਕਿ ਤੁਹਾਡਾ ਵਚਨ ਕਹਿੰਦਾ ਕਿ ਯਹੋਵਾ ਦਾ ਭੈ ਸਭ ਬੁਰਾਈਆਂ ਨੂੰ ਢੱਕ ਲੈਂਦਾ ਆ। ਅੱਜ ਪ੍ਰਭੂ ਜੀ ਅਸੀਂ ਤੁਹਾਡੇ ਕੋਲੋਂ ਡਰ ਦਾ ਆਤਮਾ ਮੰਗਦੇ ਹਾਂ, ਤੇਰੇ ਵਚਨਾਂ ਦਾ ਡਰ, ਪਵਿੱਤਰ ਡਰ ਪ੍ਰਭੂ ਜੀ। ਸਾਡੀ ਮਦਦ ਕਰੋ ਪ੍ਰਭੂ ਜੀ। ਅਸੀਂ ਆਪਣੇ ਬੱਚਿਆਂ ਲਈ, ਅਸੀਂ ਆਪਣੇ ਪਰਿਵਾਰਾਂ ਦੇ ਲਈ, ਅਸੀਂ ਆਪਣੇ ਲਈ ਪ੍ਰਭੂ ਜੀ ਤੇਰਾ ਡਰ ਮੰਗਦੇ ਹਾਂ, ਤੇਰੀ ਆਗਿਆਕਾਰੀ ਮੰਗਦੇ ਹਾਂ। ਪ੍ਰਭੂ ਜੀ ਇਸ ਪਾਕ ਨੂੰ ਸਾਡੀ ਮਦਦ ਕਰੋ। ਜੋ ਸਾਨੂੰ ਵਚਨ ਸਾਡੇ ਪਾਸਟਰ ਜੀ ਸਿਖਾਉਂਦੇ ਆ ਪ੍ਰਭੂ ਜੀ ਅਸੀਂ ਉਹਨਾਂ ਤੇ ਚੱਲ ਸਕੀਏ, ਕਿਉਂਕਿ ਪ੍ਰਭੂ ਜੀ ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਨੂੰ ਸਮਝ ਨਹੀਂ ਲੱਗਦੀ, ਕਿਉਂਕਿ ਪ੍ਰਭੂ ਜੀ ਤੁਸੀਂ ਸਾਨੂੰ ਆਪਣੇ ਆਗੂ ਦਿੱਤੇ ਸਿਖਾਉਣ ਵਾਸਤੇ। ਪ੍ਰਭੂ ਜੀ ਸਾਡੀ ਮਦਦ ਕਰੋ, ਅਸੀਂ ਉਹਨਾਂ ਨੂੰ ਸਿੱਖ ਕੇ ਉਹਨਾਂ ਤੇ ਚੱਲ ਕੇ ਪ੍ਰਭੂ ਜੀ ਤੇਰੇ ਲੋਕਾਂ ਲਈ, ਰੂਹਾਂ ਲਈ ਬਰਕਤ ਬਣ ਸਕੀਏ। ਤੇ ਪ੍ਰਭੂ ਜੀ ਇਹ ਹਾਲ ਜਿਹੜਾ ਸਾਰਾ ਆ ਪ੍ਰਭੂ ਜੀ ਅਸੀਂ ਦੁਆ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਇੱਕ ਇੱਕ ਚੇਅਰ ਪ੍ਰਭੂ ਜੀ ਭਰੀ ਹੋਵੇ ਪਿਤਾ ਪਰਮੇਸ਼ਵਰ, ਕਿਉਂਕਿ ਪ੍ਰਭੂ ਜੀ ਤੁਸੀਂ ਸਾਨੂੰ ਫਲਦਾਰ ਟਾਹਣੀਆਂ ਦੇ ਰੂਪ 'ਚ ਦੇਖਣਾ ਚਾਹੁੰਦੇ ਹਾਂ। ਅਸੀਂ ਪ੍ਰਭੂ ਜੀ ਤੁਹਾਨੂੰ ਖੁਸ਼ ਕਰਨਾ ਚਾਹੁੰਦੇ ਹਾਂ, ਕਿਉਂਕਿ ਤੁਸੀਂ ਕਿਹਾ ਜਿਹੜਾ ਮੇਰੇ ਪਿੱਛੇ ਚੱਲੇਗਾ ਉਹਨੂੰ ਪਿਤਾ ਸਭ ਕੁਝ ਦੇਵੇਗਾ ਜੋ ਉਹਨੂੰ ਚਾਹੀਦਾ ਆ। ਪ੍ਰਭੂ ਜੀ ਅੱਜ ਤੋਂ ਅਸੀਂ ਪ੍ਰਭੂ ਜੀ ਦੁਆ ਕਰਦੇ ਹਾਂ ਕਿ ਅਸੀਂ ਤੇਰੇ ਪਿੱਛੇ ਚੱਲ ਸਕੀਏ ਤੇ ਉਹ ਸਭ ਕੁਝ ਲੈ ਸਕੀਏ ਜੋ ਤੁਹਾਡਾ ਵਾਅਦਾ ਆ ਪ੍ਰਭੂ ਜੀ। ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਪ੍ਰਭੂ ਜੀ ਅਸੀਂ ਆਪਣੇ ਕਲੀਸਿਆ ਦੇ ਵਿੱਚ ਆਗਿਆਕਾਰੀ 'ਚ ਆ ਸਕੀਏ। ਪ੍ਰਭੂ ਜੀ ਜੋ ਤੁਸੀਂ ਸੇਵਕ ਸਾਡੇ ਲਈ ਠਹਿਰਾਏ ਆ
ਪ੍ਰਭੂ ਜੀ ਅਸੀਂ ਪ੍ਰਭੂ ਜੀ ਉਹਨਾਂ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਭੂ ਜੀ ਤੇਰੀ ਸੇਵਾ 'ਚ ਅੱਗੇ ਵੱਧ ਸਕੀਏ। ਜੋ ਸਾਨੂੰ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਆ ਪਾਕ ਨੂੰ ਸਾਡੀ ਮਦਦ ਕਰੋ ਕਿ ਅਸੀਂ ਉਹਨਾਂ ਨੂੰ ਪੂਰਾ ਕਰ ਸਕੀਏ। ਜੀਸਸ ਪਰਮੇਸ਼ਰ ਕਹਿੰਦਾ ਮੈਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਖੁਸ਼ ਹੁੰਦਾ ਆ। ਜੇ ਕੋਈ ਛੋਟੇ ਛੋਟੇ ਜਿੱਦਾਂ ਵਚਨ ਦੇ ਵਿੱਚ ਲਿਖਿਆ ਹੈ ਵਫਾਦਾਰ ਆ ਤਾਂ ਫੇਰ ਹੀ ਉਹਨੂੰ ਮੈਂ ਬਹੁਤਾ ਦੇਵਾਂਗਾ। ਹਾਲੇਲੂਇਆ। ਚਰਚ ਅੱਜ ਲੋੜ ਆ ਕਿ ਜਿੱਥੇ ਪਰਮੇਸ਼ਰ ਦੇ ਦਾਸ ਤੋਂ ਆਪਾਂ ਨੂੰ ਕਹਿੰਦੇ ਆ ਖੜੇ ਹੋ ਕੇ ਉੱਥੇ ਹੀ ਆਪਣੇ ਫਰਜ਼ ਨੂੰ ਪੂਰਾ ਕਰੀਏ, ਕਿਉਂਕਿ ਉੱਪਰ ਜਿਹੜਾ ਮਾਲਕ ਬੈਠਾ ਆ ਉਹ ਇਹੀ ਚਾਹੁੰਦਾ ਆ ਕਿ ਅਸੀਂ ਬਹੁਤਾ ਫਲ ਲੈ ਕੇ ਆਈਏ। ਅਸੀਂ ਬਿਨਾਂ ਬੇਲ ਤੋਂ ਬਿਨਾਂ ਮਾਲੀ ਤੋਂ ਅਸੀਂ ਫਲਦਾਰ ਨਹੀਂ ਹੋ ਸਕਦੇ। ਸਾਨੂੰ ਪ੍ਰੋਸੀਜਰ ਦੇ ਵਿੱਚ ਦੀ ਜਾਣਾ ਪੈਣਾ ਆ। ਮਿੱਟੀ ਦੇ ਵਿੱਚ ਬਣੇ ਰਹਿਣਾ, ਮਿੱਟੀ ਬਣੇ ਰਹਿਣਾ ਧਰਤੀ ਦੇ ਵਿੱਚ। ਹਾਲੇਲੂਇਆ। ਮਿੱਟੀਆਂ ਮਿੱਟੀ ਬਣੇ ਰਹਿਣਾ, ਹੰਬਲ ਬਣੇ ਰਹਿਣਾ ਪੈਣਾ ਆ ਤਾਂ ਜੋ ਅਸੀਂ ਪੂਰੀ ਖੁਰਾਕ ਲੈ ਸਕੀਏ, ਕਿਉਂਕਿ ਪਰਮੇਸ਼ਰ ਦਾ ਵਚਨ ਕਹਿੰਦਾ ਆ ਉਹ ਦੀਨਾਂ ਤੇ ਕਿਰਪਾ ਕਰਦਾ ਆ। ਪ੍ਰਭੂ ਜੀ ਅੱਜ ਸਾਨੂੰ ਤੇਰੀ ਕਿਰਪਾ ਦੀ ਲੋੜ ਆ। ਸਾਡੇ ਇੱਕ ਇੱਕ ਤੇ ਕਿਰਪਾ ਕਰੋ ਪ੍ਰਭੂ ਜੀ। ਹਾਲੇਲੂਇਆ। ਕਿਰਪਾ ਕਰੋ, ਮੰਗੋ ਅੱਜ ਕਿਰਪਾ ਪਰਮੇਸ਼ਰ ਦੀ। ਪ੍ਰਭੂ ਜੀ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਤੈਨੂੰ ਪ੍ਰਸੰਨ ਕਰ ਸਕੀਏ ਪ੍ਰਭੂ ਜੀ। ਯਿਸੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ ਔਰ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ। ਹਾਲੇਲੂਇਆ। ਆਮੈਨ ਆਮੈਨ ਆਮੈਨ।